मार्ग जिन्हें बताया, ऐसा गुर बड़ पागी पाया। गुर बड़ पागी पाया, ऐसा गुर बड़ पागी पाया। सिमर मना राम नाम चितारे, सिमर मना राम नाम चितारे। बस रहे हृदय गुर चरण प्यारे, बस रहे हृदय गुर चरण प्यारे। गुर बड़ पागी पाया, ऐसा गुर बड़ पागी पाया। गुर बड़ पागी पाया, ऐसा गुर बड़ पागी पाया। काम क्रोध लोभ मोह मान लीना, काम क्रोध लोभ मोह मान लीना। बंधन काट मुकत गुर कीना, बंधन काट मुकत गुर कीना। दुख सुख करत जन्म फोन मुआ, दुख सुख करत जन्म फोन मुआ। चरण कमल गुर आश्रम दिया, चरण कमल गुर आश्रम दिया। चरण कमल गुर आश्रम दिया। गुर बड़ पागी पाया, ऐसा गुर बड़ पागी पाया। गुर बड़ पागी पाया, ऐसा गुर बड़ पागी पाया। अगन सागर बूढ़त संसारा, अगन सागर बूढ़त संसारा। नानक बाह पकड़ सतगुर निस्तारा, नानक बाह पकड़ सतगुर निस्तारा। नानक बाह पकड़ सतगुर निस्तारा। नानक बाह पकड़ सतगुर निस्तारा। गुर बड़ पागी
पाया, ऐसा गुर वड भागी पाया। गुर वड भागी पाया, ऐसा गुर वड भागी पाया। भूले मार्ग, भूले मार्ग, भूले मार्ग, भूले मार्ग जिन्हें बताया, ऐसा गुर वड भागी पाया। ऐसा गुर वड भागी पाया। गुर वड भागी पाया, ऐसा गुर वड भागी पाया। गुर वड भागी पाया, ऐसा गुर वड भागी पाया। गुर वड भागी पाया, गुर वड भागी पाया। वाहे गुरु। वडा तेरा दरबार सच्चा तुद तखत, शिरशाह पातशाह को ने चल चौर छत। पौड़ी वड्डी होडा पार तेरा मर्तबा, रंग प्रंग निक न जप करतबा। जिया अंतर जिया सबकी जान ला, सबकी तेरा वस तेरा कर भला। तेरे घर नंद बधाई तुद घर, मान महता तेजे अपना आप। सर्व कला भरपूर दी सहजत कथा, नानक दासन दास दिया गे बिनवता। तेरा जी तेरा नाम सत है। पौड़ी वडी होड़ाया पार तेरा मर्तबा, रंग प्रंग ने एक ना जापन करतबा। जिया अंदर जियो सबकी जान ला, सबके तेरे बासु तेरा कर पला। तेरे घर आनंद ਵਧਾਏ तुद कर, मान महता तेजे अपना आप जर। सर्व कला भरपूर दी सहजत कथा, नानक दासन दास तुदे आ गए बिनवता सलो। पवन गुरु पानी पिता माता तरत महत, दिवस रात दोए दाई दाया। खेलें सगल जगत चंगियाइयां बुरियाइयां, वाचे धर्म हदू करमी आपो अपनी। के नेड़े के दूर जिनी नाम ते आया, गए मशक्कत का नानक ते मुख उजले। केती छुटी ना। वाहिगुरु जी का खालसा, वाहिगुरु जी की फतेह।
ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਵਾਹਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁੰਨ ਪੁੰਨ ਜੇ ਪੁੰਨ ਏਕ ਓੰਕਾਰ ਸਤਿਗੁਰੂ ਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਨਿਰਗੁਣ ਸਰਗੁਣ ਨਾਮ ਜੋ ਵਾਹਿਗੁਰੂ ਤਿਨ ਮੋਇਰ ਸਭ ਤੇ ਊਚਾ ਜਾਨੀਏ ਲੇਤ ਨਾ ਕੀਜੈ ਦੇਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग सन्मानयोग गुरु की साजी और नवाजी हुई गुरु का खास रूप गुरु खालसा साध संगत जीओ। ਵੱਡਿਆਂ ਭਾਗਾਂ ਵਾਲੇ ਹੋ ਕੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਕਾਰ ਸਹਿਤ ਗੁਰੂ ਚਰਨਾਂ 'ਚ ਹਾਜ਼ਰ ਹੋ ਕੇ ਮਨਾ ਰਹੇ। ਭਾਗਾਂ ਭਰਿਆ ਦਿਨ ਹੈ। ਧੰਨ ਧੰਨ ਹਮਾਰੇ ਭਾਗ। ਇਹ ਪਾਵਨ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕਰੋੜਾਂ ਸੂਰਜ ਰੂਪ ਹੋ ਕੇ ਪ੍ਰਕਾਸ਼ ਰਹੇ ਨੇ ਕਿ ਅੱਜ ਦੇ ਦਿਨ
ਲਾਹੌਰ ਦੀ ਧਰਤੀ ਤੇ ਚੂਨਾ ਮੰਡੀ ਲਾਹੌਰ ਵਿੱਚ ਪਿਤਾ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਦਇਆ ਕੌਰ ਜੀ ਦੇ ਉਦਰ ਤੋਂ 1534 ਈਸਵੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਬਾਲ ਅਵਸਥਾ ਵਿੱਚ ਸਤਿਗੁਰੂ ਜੀ ਸਨ ਜਿਸ ਵਕਤ ਮਾਤਾ ਪਿਤਾ ਸੱਚਖੰਡ ਗਮਨ ਕਰ ਗਏ। ਸਾਹਿਬ ਜੀ ਦੀ ਪਰਵਰਿਸ਼ ਬਾਸਰ ਕੇ ਗ੍ਰਾਮ ਵਿਖੇ ਤਿਨਾਂ ਦੀ ਨਾਨੀ ਜੀ ਨੇ ਕੀਤੀ। ਬਾਸਰ ਕੇ ਨਗਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਨਗਰ ਹੈ ਜਿੱਥੇ ਸਤਿਗੁਰਾਂ ਅਵਤਾਰ ਧਾਰਿਆ ਹੈ। ਤੀਸਰੇ ਪਾਤਸ਼ਾਹ ਨਾਲ ਮੇਲ ਹੋਇਆ। ਗੋਇੰਦਵਾਲ ਸਾਹਿਬ ਗੁਰੂ ਚਰਨਾਂ 'ਚ ਰਹੇ। ਸਤਿਕਾਰਯੋਗ ਮਾਤਾ ਭਾਨੀ ਜੀ ਨਾਲ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਾਦੀ ਹੋਈ। 22 ਸਾਲ ਗੁਰੂ ਘਰ ਦੀ ਸੇਵਾ ਕਰਦਿਆਂ ਕਰਦਿਆਂ ਗੁਰੂ ਰੂਪ ਹੋ ਗਏ। 3 ਸਾਹਿਬਜ਼ਾਦੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਅਵਤਰਤ ਹੋਏ। ਸਭ ਤੋਂ ਵੱਡੇ ਸਨ ਬਾਬਾ ਪ੍ਰਿਥੀ ਚੰਦ ਜੀ। ਦੂਸਰੇ ਸਥਾਨ ਤੇ ਸਨ ਬਾਬਾ ਮਹਾਦੇਵ ਜੀ ਔਰ ਤੀਸਰੇ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਗੁਰਤਾ ਗੱਦੀ ਨੂੰ ਪ੍ਰਾਪਤ ਕਰਨ ਉਪਰੰਤ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਬਿਰਾਜਮਾਨ ਹੋਏ ਔਰ ਇੱਥੇ ਬੈਠ ਕੇ ਗੁਰਦੇਵ ਨੇ ਅਨੇਕਾਂ ਜੀਵਾਂ ਦੀ ਕਲਿਆਣ ਕੀਤੀ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਅਨੇਕਾਂ ਜੀਵਾਂ ਦੀ ਕਲਿਆਣ ਕੀਤੀ। 30 ਰਾਗਾਂ ਵਿੱਚ ਸਤਿਗੁਰਾਂ ਨੇ ਬਾਣੀ ਉਚਾਰੀ ਔਰ ਆਪਣੀ ਅੰਮ੍ਰਿਤਮਈ ਗੁਰਬਾਣੀ ਨਾਲ ਸਤਿਗੁਰੂ ਜੀ ਨੇ ਪ੍ਰੇਮ ਭਿੰਨਾ ਉਪਦੇਸ਼ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਨੂੰ ਪ੍ਰਦਾਨ ਕੀਤਾ। ਇਹੋ ਜਿਹੇ ਪ੍ਰੇਮ ਦੇ ਬਚਨ ਮਹਾਰਾਜ ਸੱਚੇ ਪਾਤਸ਼ਾਹ ਦੇ ਜਦੋਂ ਕਹਿੰਦੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪਹਿ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕੈ ਤਾਈ। ਉਸ ਪਾਵਨ ਬਚਨ ਦੇ ਵਿੱਚ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਹਿਰਦੇ ਦਾ ਪ੍ਰੇਮ ਵਿਅਕਤ ਕੀਤਾ ਹੈ। ਸਾਰੇ ਸ਼ਬਦਾਂ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਪ੍ਰੇਮ ਭਰਿਆ ਹੋਇਆ ਹੈ, ਵਿਰਾਗ ਭਰਿਆ ਹੋਇਆ ਹੈ, ਗਿਆਨ ਸਹਿਤ ਸੰਪੰਨ ਹਨ। ਇਸੇ ਤਰ੍ਹਾਂ ਗੁਰਸਿੱਖ ਦੀ ਕਰਨੀ ਕੈਸੀ ਹੋਵੇ, ਗੁਰਸਿੱਖ ਗੁਰਬਾਣੀ ਨਾਲ ਕੈਸੀ ਮੁਹੱਬਤ ਤੇ ਪ੍ਰੇਮ ਕਰੇ। ਗਰੀਬ ਨਵਾਜ ਸਾਹਿਬ ਜੀ ਦਾ ਹੁਕਮ ਹੈ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸੋ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ। ਇਹ ਅੰਮ੍ਰਿਤ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਚਾਰ ਕੇ ਸਾਨੂੰ ਸਾਰਿਆਂ ਨੂੰ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਨਾਲ ਜੋੜਦੇ ਨੇ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਦਸੋਂ ਪਾਤਸ਼ਾਹੀਆਂ ਦੇ ਮੰਗਲ ਸਰਵਣ ਕਰ ਰਹੇ ਹੋ। ਵਾਹਿਗੁਰੂ ਸ਼ਬਦ ਦੀ ਮਹਿਮਾ, ਨਾਮ ਦੀ ਮਹਿਮਾ ਮਾਂ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਰਸਾ ਰਹੇ ਹਨ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉ ਮੈਂ ਖੋਈ। ਵਾਹਿਗੁਰੂ ਗੁਰ ਮੰਤਰ ਦੀ ਮਹਿਮਾ ਕੈਸੀ ਵੱਡੀ ਹੈ ਉਹ ਮਾਂ ਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ। ਆਓ ਮਨ ਔਰ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਦਰ ਘਰ ਦੀ ਕਥਾ, ਵਾਹਿਗੁਰੂ ਗੁਰੂ ਮੰਤਰ ਦੀ ਮਹਿਮਾ, ਨਾਮ ਦੀ ਵਿਸ਼ੇਸ਼ਤਾ, ਵਾਹਿਗੁਰੂ ਨਾਮ ਦੀ ਵਿਸ਼ੇਸ਼ਤਾ ਸਰਵਣ ਕਰੀਏ। ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ
ਨਿਰਗੁਣ ਸਰਗੁਣ ਨਾਮ ਜੋ ਵਾਹਿਗੁਰੂ ਤਿਨ ਮੇਰੋ। ਨਿਰਗੁਣ ਸਰੂਪ ਦੇ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਜਿਤਨੇ ਨਾਮ ਹਨ, ਫਿਰ ਸਰਗੁਣ ਸਰੂਪ ਦੇ ਜਿਤਨੇ ਨਾਮ ਹਨ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦੇ ਬੇਅੰਤ ਨਾਮ ਨੇ। ਸਰਗੁਣ ਸਰੂਪ ਵਿੱਚ ਵੀ ਬੇਅੰਤ ਨਾਮ ਨੇ ਤੇ ਨਿਰਗੁਣ ਸਰੂਪ ਵਿੱਚ ਵੀ ਬੇਅੰਤ ਨਾਮ ਹਨ। ਨਿਰਗੁਣ ਤੇ ਸਰਗੁਣ ਜਿਤਨੇ ਵੀ ਨਾਮ ਨੇ ਪਰਮੇਸ਼ਰ ਦੇ, ਉਹਨਾਂ ਸਾਰੇ ਨਾਮਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਨਾਮ ਵਾਹਿਗੁਰੂ ਨਾਮ ਹੈ। ਮੇਰ ਮਾਲਾ ਹੁੰਦੀ ਹੈ ਨਾ, ਮਾਲਾ ਵਿੱਚ ਮਣਕੇ ਹੁੰਦੇ ਨੇ, ਸਾਰਿਆਂ ਤੇ ਲੋਕ ਮਣਕਿਆਂ ਤੇ ਭਜਨ ਕਰਦੇ, ਪਰ ਉਹਨਾਂ ਮਣਕਿਆਂ ਦੇ ਵਿੱਚ, ਮਾਲਾ ਦੇ ਵਿੱਚ ਇੱਕ ਮੇਰੂ ਹੁੰਦਾ ਜਿਹੜਾ ਸਭ ਤੋਂ ਉੱਚਾ ਹੁੰਦਾ, ਉਹਨੂੰ ਕਹਿੰਦੇ ਆ ਮੇਰੂ। ਜਿੱਥੋਂ ਮਾਲਾ ਦੀ ਸ਼ੁਰੂਆਤ ਕਰਦੇ ਆ ਜਪਣੀ, ਉਹਨੂੰ ਮੇਰੂ ਕਹਿੰਦੇ ਆ। ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਦੇ ਜਿਤਨੇ ਨਾਮ ਨੇ ਉਹ ਮਾਲਾ ਦੇ ਮਣਕੇ ਨੇ, ਤੇ ਪਰਮੇਸ਼ਰ ਦਾ ਵਾਹਿਗੁਰੂ ਨਾਮ ਜੋ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਦਿੱਤਾ, ਇਹ ਉਸ ਮਾਲਾ ਵਿੱਚ ਮੇਰੂ ਦੇ ਸਮਾਨ ਹੈ। ਸਾਰੇ ਨਾਮਾਂ ਵਿੱਚੋਂ ਸ੍ਰੇਸ਼ਟ ਹੈ, ਸਰਵੋਤਮ ਹੈ। ਸਭ ਤੇ ਊਚਾ ਜਾਨੀਏ ਲੇਤ ਨਾ ਕੀਜੇ ਦੇਰ। ਵਾਹਿਗੁਰੂ ਨਾਮ ਸਭ ਤੋਂ ਉੱਚਾ ਹੈ। ਇਸ ਕਰਕੇ ਹੇ ਗੁਰਸਿੱਖੋ, ਇਸ ਅੰਮ੍ਰਿਤ ਨਾਮ ਨੂੰ ਲੈਂਦਿਆਂ ਦੇਰੀ ਨਾ ਕਰੋ, ਜਿੰਨਾ ਛੇਤੀ ਹੋ ਸਕੇ ਜਪੋ ਸਤਨਾਮ ਸ੍ਰੀ। ਇਹ ਅੰਮ੍ਰਿਤ ਨਾਮ ਹੈ, ਇਹਨੂੰ ਲੈਂਦਿਆਂ ਦੇਰੀ ਨਾ ਕਰੋ, ਜਿੰਨਾ ਛੇਤੀ ਹੋ ਸਕੇ ਇਸ ਅੰਮ੍ਰਿਤ ਨਾਮ ਨੂੰ ਜਪੋ। ਇਹ ਸਭ ਤੋਂ ਉੱਚਾ ਹੈ, ਸਭ ਤੋਂ ਸਰਵੋਤਮ ਹੈ। ਜੋ ਪਈ ਨਿਰਗੁਣ ਨਾਮਨ ਤੇ ਵਦ ਐਸੀ। ਜਿਤਨੇ ਪਰਮੇਸ਼ਰ ਦੇ ਨਿਰਗੁਣ ਨਾਮ ਹਨ, ਉਹਨਾਂ ਨਿਰਗੁਣ ਨਾਮਾਂ ਵਿੱਚੋਂ ਇਹ ਨਾਮ ਸਭ ਤੋਂ ਵੱਡਾ ਉੱਤਮ ਇਸ ਤਰ੍ਹਾਂ ਹੈ। ਸੋ ਕਰ ਅਰਥ ਬਖਾਨੋ ਜੈਸੀ। ਕਹਿੰਦੇ ਮੈਂ ਉਹਦੇ ਅਰਥ ਵਿਖਿਆਨ ਕਰਕੇ ਤੁਹਾਨੂੰ ਸਰਵਣ ਕਰਾਉਂਦਾ ਹਾਂ। ਵਾਹੇ ਨਾਮ ਅਚਰਜ ਕੋ ਹੋਈ। ਕਹਿੰਦੇ ਜਿਹੜਾ ਵਾਹੇ ਸ਼ਬਦ ਹੈ ਨਾ, ਵਾਹੇ, ਇਸ ਤਰ੍ਹਾਂ ਹੈ, ਇਹਨੂੰ ਕਹਿੰਦੇ ਨੇ ਅਸਚਰਜ, ਹੈਰਾਨ। ਵਾਹੇ ਗੁਰਸਿੱਖ ਉਚਾਰਦੇ ਆ ਨਾ, ਜਦੋਂ ਲੰਮੀ ਹੇਕ ਨਾਲ ਵਾਵੇ ਨੂੰ ਕੰਨਾ ਪੂਰਨ ਤੌਰ ਤੇ ਵਾਹੇ, ਇਹਦਾ ਮਤਲਬ ਹੈ ਅਸਚਰਜ, ਹੈਰਾਨ, ਵਿਸਮਾਦ, ਅਦਭੁਤ। ਜਦੋਂ ਅਸੀਂ ਕੋਈ ਅਸਚਰਜਮਈ ਵਿਸਮਾਦੀ ਖੇਡ ਵੇਖਦੇ ਹਾਂ ਤੇ ਕਹਿੰਦੇ ਆ ਵਾਹ, ਹੋਰ ਕੋਈ ਸ਼ਬਦ ਤਾਂ ਨਹੀਂ ਉੱਡਦਾ ਉਦੋਂ। ਜਦੋਂ ਬਿਲਕੁਲ ਅਦਭੁਤ ਰਸ 'ਚ ਚਲੇ ਜਾਈਏ, ਵਿਸਮਾਦ ਰਸ 'ਚ ਚਲੇ ਜਾਈਏ, ਤੇ ਵੇਖ ਕੇ ਹੀ ਕਹਿੰਦੇ ਆ ਵਾਹ, ਹੋਰ ਕੋਈ ਸ਼ਬਦ ਹੀ ਨਹੀਂ ਉੱਡਦਾ ਉੱਥੇ। ਤੋ ਵਾਹੇ ਨਾਮ ਹੈ ਅਸਚਰਜ ਦਾ, ਵਿਸਮਾਦ ਦਾ, ਅਦਭੁਤ ਦਾ। ਅਚਰਜ ਤੇ ਪਰ ਉਕਤ ਨ ਕੋਈ। ਉਸ ਅਸਚਰਜ ਤੋਂ ਪਰੇ ਕੋਈ ਉਕਤੀ ਨਹੀਂ ਹੈ। ਵਾਹੇ ਨਾਮ ਅਸਚਰਜ ਦਾ, ਅਸਚਰਜ ਤੋਂ ਪਰੇ ਕੋਈ ਬਾਣੀ ਨਹੀਂ, ਵਾਹੇ ਤੋਂ ਪਰੇ ਕੋਈ ਸ਼ਬਦ ਹੀ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਕਹਿੰਦੇ ਆ ਵਾਹ ਜਾਂ ਵਾਹੇ, ਇਸ ਤੋਂ ਪਰੇ ਕੋਈ ਸ਼ਬਦ ਹੀ ਨਹੀਂ ਉੱਡਦਾ, ਇਸ ਤੋਂ ਪਰੇ ਕੋਈ ਉਕਤੀ ਨਹੀਂ ਹੈ, ਯਾਨੀ ਕਿ ਹੋਰ ਕੋਈ ਸ਼ਬਦ ਹੀ ਨਹੀਂ ਹੈ। ਇਸ ਤਰ੍ਹਾਂ ਕਹਿ ਸਕਦੇ ਆ ਵੀ ਜਦੋਂ ਪੂਰਨ ਤੌਰ ਤੇ ਵਿਸਮਾਦ 'ਚ ਚਲੇ ਜਾਈਏ ਤੇ ਵਿਸਮਾਦ 'ਚ ਜਾ ਕੇ ਕਹੀਦਾ ਵਾਹੇ, ਉਸ ਤੋਂ ਪਰੇ ਫਿਰ ਕੋਈ ਸ਼ਬਦ ਨਹੀਂ ਰਹਿ ਜਾਂਦਾ। ਐਸਾ ਇਸ ਕਰਕੇ ਨਿਰਗੁਣ ਨਾਮਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਹੈ। ਭਾਈ ਸਾਹਿਬ ਕਹਿੰਦੇ, ਮੈਂ ਵਿਆਖਿਆ ਕਰਕੇ ਦੱਸਦਾ ਕਿ ਵਾਹੇ ਨਾਮ ਅਸਚਰਜ ਦਾ ਹੈ, ਇਸ ਤੋਂ ਪਰੇ ਕੋਈ ਬਾਣੀ ਨਹੀਂ ਹੈ। ਗੋਤਮ ਨਾਮ ਅਗਿਆਨ ਅਨਿਤ। ਫਿਰ ਹੈ ਤੀਸਰਾ ਅੱਖਰ ਗੋ। ਗੋ ਦਾ ਮਤਲਬ ਹੁੰਦਾ ਹਨੇਰਾ, ਅੰਧਕਾਰ। ਗੋਕਾਰਸਤੂ ਅੰਧਕਾਰਾ ਸਿਆਤ ਰਕਾਰਸਤਨ ਨਿਰੋਧਕਾ ਅੰਧਕਾਰ ਵਿਨਾਸ਼ ਤਤਵ ਗੁਰੂ ਇਤਿਅਵਿਧਿਅਤੇ। ਗੋ ਨਾਮ ਹੈ ਹਨੇਰੇ ਦਾ, ਅੰਧਕਾਰ ਦਾ। ਜਦੋਂ ਅੰਧਕਾਰ ਹੀ ਅੰਧਕਾਰ ਹੋਵੇ ਉਹਨੂੰ ਕਹਿੰਦੇ ਨੇ ਗੋ। ਐਸਾ ਕਿਹਾ ਜਾਂਦਾ ਹੈ। ਵਾਹਿਗੁਰੂ ਸ਼ਬਦ ਬਣਨ ਲਈ 36 ਯੋਗਾਂ ਦਾ ਸਮਾਂ ਬਤੀਤ ਹੋਇਆ। ਮਹਾਂਪੁਰਸ਼ ਕਹਿੰਦੇ 36 ਯੁੱਗ ਲੱਗ ਗਏ।
9 ਯੁੱਗ ਬੀਤਦੇ ਤਾਂ ਇੱਕ ਅੱਖਰ ਉਚਾਰਨ ਹੋਇਆ ਵਾਹ। ਫਿਰ 9 ਯੁੱਗ ਬੀਤੇ, ਦੂਸਰਾ ਅੱਖਰ ਅਕਾਲ ਪੁਰਖ ਜੀ ਨੇ ਉਚਾਰਿਆ ਹਾ ਹਾ। 9 ਯੁੱਗ ਫਿਰ ਬੀਤੇ ਤੇ ਤੀਸਰਾ ਅੱਖਰ ਉਚਾਰਨ ਹੋਇਆ ਗੋ। 9 ਯੁੱਗ ਫਿਰ ਬੀਤੇ ਤੇ ਰੂ, ਚੌਥਾ ਅੱਖਰ। 36 ਯੁੱਗ ਉਦੋਂ ਤੱਕ ਅੰਧਕਾਰ ਹੀ ਅੰਧਕਾਰ ਵਰਤਿਆ ਰਿਹਾ। 36 ਯੁੱਗਾਂ ਤੋਂ ਬਾਅਦ ਇਹਨਾਂ ਚਾਰਾਂ ਅੱਖਰਾਂ ਨੂੰ ਇਕੱਠਿਆਂ ਕਰਕੇ ਵਿਧਾਤੇ ਨੇ ਪਰਮੇਸ਼ਰ ਨੇ ਜਦੋਂ ਕਿਹਾ ਵਾਹਿਗੁਰੂ, ਤਾਂ 36 ਯੁੱਗਾਂ ਦਾ ਅੰਧਕਾਰ ਦੂਰ ਹੋ ਕੇ ਪ੍ਰਕਾਸ਼ ਵਿੱਚ ਤਬਦੀਲ ਹੋ ਗਿਆ। ਰੂ ਨਾਮ, ਗੋ ਨਾਮ ਅੰਧਕਾਰ ਦਾ ਹੈ, ਜੋ ਅਗਿਆਨ ਦਾ ਵਾਚਕ ਹੈ। ਅਗਿਆਨ ਨੇ ਸਾਡੇ ਮਨ ਨੂੰ, ਸਾਡੇ ਹਿਰਦੇ ਨੂੰ, ਸਾਡੀ ਆਤਮਾ ਨੂੰ ਢੱਕਿਆ ਹੋਇਆ। ਇਹ ਪੜਦਾ ਹੈ। ਜਿਵੇਂ ਘੜੇ ਦੇ ਵਿੱਚ ਆਕਾਸ਼ ਹੁੰਦਾ, ਘੜੇ ਦੇ ਉਸ ਆਕਾਸ਼ ਨੂੰ, ਘੜੇ ਦਾ ਜਿਹੜਾ ਬਾਹਰਲਾ ਮਿੱਟੀ ਦਾ ਉਹ ਬਣਿਆ ਬਰਤਨ ਹੁੰਦਾ, ਉਹਨੂੰ ਢੱਕ ਲੈਂਦਾ। ਉਹਨੂੰ ਤੋੜ ਦਿਓ, ਵਿਚਲਾ ਆਕਾਸ਼ ਮਹਾਕਾਸ਼ ਵਿੱਚ ਵਿਲੀਨ ਹੋ ਜਾਂਦਾ। ਇਸੇ ਤਰ੍ਹਾਂ ਅਗਿਆਨ ਨੇ ਪਰਦਾ ਪਾ ਕੇ ਸਾਡੀ ਆਤਮਾ ਨੂੰ ਪ੍ਰਮਾਤਮਾ ਤੋਂ ਵੱਖਰਾ ਕੀਤਾ ਹੋਇਆ। ਵੱਖਰਾ ਹੈ ਨਹੀਂ, ਪਰ ਅਗਿਆਨ ਨੇ ਉੱਤੇ ਪਰਦਾ ਪਾ ਦਿੱਤਾ, ਜਿਸ ਕਰਕੇ ਆਤਮਾ ਪ੍ਰਮਾਤਮਾ ਤੋਂ ਵੱਖਰੀ ਪ੍ਰਤੀਤ ਹੁੰਦੀ ਹੈ। ਰੋ ਪ੍ਰਕਾਸ਼ ਕੀਓ ਜਿਨ ਚਿਤ। ਤੇ ਰੂ ਨਾਮ ਹੈ ਪ੍ਰਕਾਸ਼ ਦਾ, ਗੋ ਨਾਮ ਅੰਧਕਾਰ ਅਗਿਆਨਤਾ ਦੇ ਪਰਦੇ ਦਾ ਹੈ, ਰੂ ਨਾਮ ਗਿਆਨ ਦੇ ਪ੍ਰਕਾਸ਼ ਦਾ ਹੈ। ਜਦੋਂ ਕਿਹਾ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ, ਉਸ ਵੇਲੇ ਕਹਿੰਦੇ ਜਿਤਨਾ ਅੰਧਕਾਰ ਹੈ, ਜਿਤਨੀ ਅਵਿਦਿਆ ਹੈ, ਉਸ ਅਵਿਦਿਆ ਦਾ ਅੰਧਕਾਰ ਦਾ ਨਾਸ ਹੋ ਜਾਂਦਾ ਹੈ। ਅੰਧਕਾਰ ਵਿਨਾਸ਼ ਤਤਵ ਗੁਰੂ ਇਤਿਅਵਿਧੀਯਤੇ, ਉਸ ਅੰਧਕਾਰ ਦਾ ਨਾਸ਼ ਹੋ ਜਾਂਦਾ ਹੈ, ਵਿਨਾਸ਼ ਹੋ ਜਾਂਦਾ ਹੈ। ਰੂ ਦੁਆਰਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਉ ਸ਼੍ਰੀ ਨਾਨਕ ਨਾਮ ਬਨਾਇਓ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਨੇ ਗੁਪਤ ਨਾਮ ਪ੍ਰਗਟ ਕੀਤਾ ਕਲੀ ਕਾਲ ਵਿੱਚ। ਜਿਨ ਗੁਪਤ ਨਾਮ ਪ੍ਰਗਾਝਾ, ਇਹ ਗੁਪਤ ਨਾਮ ਸੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਨੇ ਸਾਡੇ ਤੇ ਤਰਸ ਕਰਕੇ, ਜੀਵਾਂ ਤੇ ਤਰਸ ਕਰਕੇ ਇਸ ਪਵਿੱਤਰ ਅੰਮ੍ਰਿਤ ਨਾਮ ਨੂੰ ਪ੍ਰਗਟ ਕੀਤਾ, ਪ੍ਰਕਾਸ਼ ਕਰਕੇ ਸਿੱਖਾਂ ਨੂੰ ਦਿੱਤਾ। ਸੁਨ ਸ਼ਰੁਤੀ ਸੰਤਨ ਚਿਤ ਸੁਖ ਪਾਇਓ। ਜਦੋਂ ਸੰਤ ਜਨਾਂ ਨੇ, ਰੱਬ ਦੇ ਪਿਆਰਿਆਂ ਨੇ ਇਸ ਵਾਹਿਗੁਰੂ ਸ਼ਬਦ ਨੂੰ ਆਪਣੇ ਸ਼ਰਵਣਾਂ ਦੁਆਰਾ ਸੁਣਿਆ, ਸੁਣ ਕੇ ਤਿਨਾਂ ਨੂੰ ਸੁਖ ਦੀ ਪ੍ਰਾਪਤੀ ਹੋਈ, ਆਤਮ ਸੁਖ ਦੀ ਪ੍ਰਾਪਤੀ ਹੋਈ। ਗੋ ਨਾਮ ਹਨੇਰੇ ਦਾ, ਇਸ ਸਰੀਰ ਦਾ ਗੋ ਨਾਮ ਹੈ। ਗੋ ਕਹਾਂ ਗਿਆ, ਜਿਹੜਾ ਸਰੀਰ ਹੈ ਵੀ ਗੋ ਹੈ ਨਾ, ਹਨੇਰਾ। ਰੂ ਨਾਮ ਪ੍ਰਕਾਸ਼, ਸਰੀਰ ਦੇ ਪਰਦੇ ਤੋਂ ਪਰੇ ਆਤਮਾ ਦਾ ਪ੍ਰਕਾਸ਼ ਕਰ ਦੇਵੇ, ਉਹਨੂੰ ਕਹਿੰਦੇ ਨੇ ਵਾਹਿਗੁਰੂ। ਸਰੀਰ ਦੇ ਪਰਦੇ ਨੂੰ ਦੂਰ ਕਰਕੇ, ਗੋ ਹਨੇਰੇ ਨੂੰ, ਰੂ ਆਤਮਾ ਦਾ ਪ੍ਰਕਾਸ਼ ਕਰ ਦੇਵੇ, ਉਹ ਹੈ ਵਾਹਿਗੁਰੂ। ਦੋਹਰਾ ਪੁਨ ਸਰਗੁਣ ਕੀ ਨਾਮ ਤੇ ਅਧਿਕ ਜਾਨ ਮਨ ਮਾਹੀ। ਇਹ ਤਾਂ ਸੀ ਨਿਰਗੁਣ ਨਾਮ ਤੋਂ ਵਿਸ਼ੇਸ਼। ਹੁਣ ਜਿਹੜਾ ਪਰਮੇਸ਼ਰ ਦੇ ਸਰਗੁਣ ਨਾਮ ਨੇ, ਉਹਨਾਂ ਸਰਗੁਣ ਨਾਮਾਂ ਤੋਂ ਕਿਵੇਂ ਵਿਸ਼ੇਸ਼ ਹੈ ਵਾਹਿਗੁਰੂ, ਉਹ ਵੀ ਸੁਣੋ। ਨਿਰਗੁਣ ਨਾਮ ਤੋਂ ਵਿਸ਼ੇਸ਼ ਕਿਵੇਂ ਆ, ਪਿੱਛੇ ਦੱਸ ਆਏ ਨੇ ਵਿਆਖਿਆ ਕਰਕੇ। ਹੁਣ ਜਿਹੜੇ ਸਰਗੁਣ ਨਾਮ ਨੇ ਪਰਮੇਸ਼ਰ ਦੇ, ਸਰਗੁਣ ਸਰੂਪ ਦੇ, ਉਹਦੇ ਤੋਂ ਵਿਸ਼ੇਸ਼ ਕਿਵੇਂ ਆ ਵਾਹਿਗੁਰੂ, ਉਹ ਵੀ ਸੁਣੋ ਸਾਧ ਸੰਗਤ ਜੀ। ਜੈ ਸਿਮਰਤ ਕਲੀ ਕਾਲ ਕੇ ਕਲ ਮਲ ਅਖਿਲ ਨਸਾਏ। ਕਹਿੰਦੇ ਜਿਸ ਦਾ ਸਿਮਰਨ ਕੀਤਿਆਂ ਕਲੀ ਕਾਲ ਦੇ ਸਾਰੇ ਪਾਪ ਨਸ ਜਾਂਦੇ ਨੇ। ਅਖਿਲ ਕਹਿੰਦੇ ਨੇ ਸਾਰੇ, ਕਲ ਮਲ ਜਿਤਨੇ ਪਾਪ ਨੇ, ਜਿਸ ਅੰਮ੍ਰਿਤ ਨਾਮ ਦਾ ਸਿਮਰਨ ਕੀਤਿਆਂ ਸਾਰੇ ਪਾਪ ਵਿਨਸ਼ਟ ਹੋ ਜਾਂਦੇ, ਵਿਧਵੰਸ ਹੋ ਜਾਂਦੇ। ਕਲ ਕਲੇਸ਼ ਤਨ ਮਾਹੇ ਮਿਟਾਵੋ। ਇਹ ਕਲੀ ਕਾਲ ਦੇ ਸਾਰੇ ਪਾਪ ਜਿਸ ਦੇ ਸਿਮਰਨ ਦੁਆਰਾ ਨਸ ਜਾਂਦੇ ਹਨ। ਜਿਸ ਸਿਮਰਤ ਸਭ ਕਿਲ ਬਿਖ ਨਾਸੇ, ਜਿਸ ਦਾ ਸਿਮਰਨ ਕੀਤਿਆਂ
ਇਹ ਸਾਰੇ ਕਿਲਬਿਖ ਨਸ ਜਾਂਦੇ ਨੇ, ਭ੍ਰਸ਼ਟ ਹੋ ਜਾਂਦੇ ਹਨ। ਐਸਾ ਹੈ ਅੰਮ੍ਰਿਤ ਨਾਮ ਵਾਹਿਗੁਰੂ। ਚੌਪਈ ਵਵਾ ਵਾਸਦੇਵ ਤੇ ਲੀਨੋ। ਕਹਿੰਦੇ ਸਰਗੁਣ ਸਰੂਪ ਚੋਂ ਵਿਸ਼ੇਸ਼ ਕਿਵੇਂ ਹੈ? ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਵਾਰਾਂ 'ਚ ਇਹਦਾ ਜ਼ਿਕਰ ਕੀਤਾ। ਉਸੇ ਦੀ ਵਿਆਖਿਆ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ। ਵਾਸਦੇਵ ਸਰਬੱਤਰ ਮੈਂ, ਜੋ ਸਾਰਿਆਂ ਵਿੱਚ ਵਸਿਆ ਹੋਇਆ ਉਹ ਵਾਸਦੇਵ। ਵਾਸਦੇਵ ਦਾ ਵਾਵਾ ਅੱਖਰ ਉਹ ਮਹਾਰਾਜ ਜੀ ਨੇ ਵੱਖਰਾ ਕੀਤਾ। ਹਰੀ ਬਿਸਨ ਤੇ ਹਾਹਾ ਚੀਨੋ। ਉਹ ਹਰੀ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ, ਹਰ ਹਰ, ਉਸ ਹਰੀ ਦਾ ਹਾਹਾ ਅੱਖਰ ਉਹ ਗੁਰਦੇਵ ਨੇ ਲਿਆ। ਗੱਗਾ ਗੋਬਿੰਦ ਤੇ ਲੀਏ ਜਾਨੋ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। ਗੋਬਿੰਦ ਜੋ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ ਹੈ, ਉਸ ਗੋਬਿੰਦ ਸ਼ਬਦ ਤੋਂ ਪਰਮੇਸ਼ਰ ਦਾ ਹੀ ਨਾਮ ਹੈ ਨਾ ਗੋਬਿੰਦ। ਕਿਤਨੀ ਵੇਰੀ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਜੀ ਨੇ ਵਰਤਿਆ ਵਾਸਦੇਵ ਹਰੀ ਗੋਬਿੰਦ। ਇਹ ਪਰਮੇਸ਼ਰ ਵਾਸਤੇ ਵਰਤੇ ਆ ਨਾ। ਵਾਸਦੇਵ ਤੋਂ ਵਾਵਾ ਲਿਆ, ਹਰੀ ਤੋਂ ਹਾਹਾ ਲਿਆ ਤੇ ਗੋਬਿੰਦ ਤੋਂ ਗੱਗਾ ਅੱਖਰ ਲਿਆ। ਰਾਰਾ ਰਾਮ ਚੰਦ ਮਨ ਮਾਨੋ। ਰਾਰਾ ਅੱਖਰ ਰਾਮ ਤੋਂ ਲਿਆ, ਜਿਹੜਾ ਰਾਮ ਘਟ ਘਟ ਵਿੱਚ ਵਸਦਾ। ਨੌਵੇਂ ਪਾਤਸ਼ਾਹ ਕਹਿੰਦੇ ਘਟ ਘਟ ਵਿੱਚ ਜਿਹੜਾ ਰਾਮ ਵਸਦਾ, ਘਟ ਘਟ ਰਾਮ ਰਮਿਆ ਹੋਇਆ ਹੈ। ਉਸ ਰਮੇ ਹੋਏ ਰਾਮ ਦਾ ਰਾਰਾ ਅੱਖਰ ਲੈ ਕੇ ਚਾਰਾਂ ਨੂੰ ਇਕੱਠਿਆਂ ਕੀਤਾ ਤੇ ਆਖਿਆ ਵਾਹਿਗੁਰੂ। ਇੱਕ ਵੇਰੀ ਵਾਹਿਗੁਰੂ ਕਹਿਣ ਨਾਲ ਹੁਣ ਅੱਗੇ ਦੱਸਦੇ ਨੇ ਕਿਵੇਂ ਵਿਸ਼ੇਸ਼ ਹੈ ਇਹ ਸਰਗੁਣ ਨਾਵਾਂ ਤੋਂ ਵੀ। ਸੁਣੋ ਭਾਈ। ਚਤੁਰ ਬਰਨ ਕੋ ਏਕ ਬਨਾਇਆ। ਚਾਰਾਂ ਅੱਖਰਾਂ ਨੂੰ ਇੱਕ ਬਣਾ ਦਿੱਤਾ। ਚਾਰ ਅੱਖਰ ਸੀ ਨਾ, ਵਾਸਦੇਵ ਹਰੀ ਗੋਬਿੰਦ ਰਾਮ। ਚਾਰਾਂ ਅੱਖਰਾਂ ਨੂੰ ਇੱਕ ਬਣਾ ਕੇ ਇੱਕ ਕਰ ਦਿੱਤਾ। ਫਲਦਾਇਕ ਇਹ ਅਧਿਕ ਸੁਹਾਇਆ। ਔਰ ਇਹ ਅਧਿਕ ਫਲ ਦੇਣ ਵਾਲਾ ਫਲਦਾਇਕ ਗੁਰਮੰਤਰ ਸਤਿਗੁਰੂ ਜੀ ਨੇ ਬਣਾਇਆ। ਚਤੁਰ ਨਾਮ ਸਿਮਰਨ ਕੀਏ ਏਕੋ। ਕਹਿੰਦੇ ਇੱਕ ਦਾ ਹੀ ਸਿਮਰਨ ਕੀਤਿਆਂ ਇੱਕ ਵਾਰ ਕਿਹਾ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵੇਰੀ ਵਾਹਿਗੁਰੂ ਕਿਹਾ। ਉਹ ਜਿਹੜੇ ਚਾਰ ਅੱਖਰ ਨੇ, ਚਾਰਾਂ ਦਾ ਜਾਪ ਦਾ ਫਲ ਇੱਕ ਵੇਰੀ ਵਾਹਿਗੁਰੂ ਕਹਿਣ ਨਾਲ ਹੀ ਪ੍ਰਾਪਤ ਹੋ ਜਾਂਦਾ। ਵੇਖੋ ਕੈਸਾ ਸ੍ਰੇਸ਼ਟ ਤੇ ਸਰਵੋਤਮ ਨਾਮ ਗੁਰੂ ਬਾਬਾ ਜੀ ਨੇ, ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਦਿੱਤਾ ਹੈ। ਇੱਕ ਵਾਰ ਵਾਹਿਗੁਰੂ ਕਹਿਣ ਮਾਤਰ ਨਾਲ ਚਾਰਾਂ ਅੱਖਰਾਂ ਦੇ ਫਲ ਦਾ ਮਹਾਤਮ, ਚਾਰਾਂ ਨਾਵਾਂ ਦੇ ਜਾਪ ਦਾ ਮਹਾਤਮ ਇੱਕ ਵੇਰੀ ਵਾਹਿਗੁਰੂ ਕਹਿਣ ਨਾਲ ਪ੍ਰਾਪਤ ਹੋ ਜਾਂਦਾ ਹੈ। ਔਰ ਤਾਰੇ ਜਿਸ ਹੋਤ ਬਬੇਕੂ। ਜਿਹੜੇ ਮਾਈ ਭਾਈ ਇਸ ਅੰਮ੍ਰਿਤ ਨਾਮ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਨੇ, ਉਹਨਾਂ ਨੂੰ ਵਿਵੇਕ ਬੁੱਧੀ ਦੀ ਦਾਤ ਪ੍ਰਾਪਤ ਹੁੰਦੀ ਹੈ। ਉਹਨਾਂ ਨੂੰ ਆਤਮ ਗਿਆਨ ਪ੍ਰਾਪਤ ਹੁੰਦਾ ਹੈ। ਜਿਹੜੇ ਇਸ ਵਾਹਿਗੁਰੂ ਸ਼ਬਦ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਹਨ। ਸੋਰਠਾ ਸ਼੍ਰੀ ਸਰਗੁਣ ਜੇ ਨਾਮ ਤਿਨ ਤੇ ਇਉ ਜਾਣਿਓ ਅਧਿਕ। ਏਦਾਂ ਪਰਮੇਸ਼ਰ ਦੇ ਜਿਹੜੇ ਸਰਗੁਣ ਨਾਮ ਨੇ, ਸਰਗੁਣ ਸਰੂਪ ਦੇ, ਉਹਨਾਂ ਸਰਗੁਣ ਸਰੂਪ ਦੇ ਨਾਵਾਂ ਵਿੱਚੋਂ ਇਹ ਨਾਮ ਅਧਿਕ ਹੈ, ਵਿਸ਼ੇਸ਼ ਹੈ। ਔਰ ਅਰਥ ਮਤੀ ਧਾਮ ਕਰ ਹੈ ਸੁਖਦ ਅਨੰਤ ਗਤ। ਕਹਿੰਦੇ ਹੋਰ ਵੀ ਇਸ ਪਵਿੱਤਰ ਪਾਵਨ ਅੰਮ੍ਰਿਤ ਨਾਮ ਦੀ ਮਹਿਮਾ ਹੈ। ਇਸ ਦੇ ਅਰਥ ਨੇ ਜਿਸ ਦੇ ਨਾਲ ਅਨੰਤ ਗਤੀ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਸ਼ਬਦ ਦੇ ਬੇਅੰਤੀ ਅਰਥ ਮਹਾਂਪੁਰਸ਼ਾਂ ਕੀਤੇ। ਮੁੱਖ ਰੂਪ ਚ ਅਰਥ ਉੱਪਰ ਘਰ ਆਏ ਨੇ ਮਹਾਂਕਵੀ ਜੀ, ਪਰ ਮਹਾਂਪੁਰਸ਼ਾਂ ਵਿਦਵਾਨਾਂ ਨੇ 500 ਤੋਂ ਵੀ ਵੱਧ ਅਰਥ ਵਾਹਿਗੁਰੂ ਸ਼ਬਦ ਦੇ ਕੀਤੇ ਨੇ। ਇੱਕ ਅਰਥ ਦੂਸਰੇ ਅਰਥ ਨਾਲ ਮੇਲ ਨਹੀਂ ਖਾਂਦਾ। ਇੱਕ ਅਰਥ ਦੂਸਰੇ ਅਰਥ ਨਾਲ ਮੇਲ ਨਹੀਂ ਖਾਂਦਾ। 500 ਤੋਂ ਵੀ ਵੱਧ ਅਰਥ ਵਾਹਿਗੁਰੂ ਸ਼ਬਦ ਦੇ ਮਹਾਂਪੁਰਸ਼ਾਂ ਵਿਦਵਾਨਾਂ ਕੀਤੇ ਹਨ। ਤੋ ਬੇਅੰਤੀ ਅਰਥ ਨੇ। ਜਿਹੋ ਜਿਹੋ ਜੀ ਕਿਸੇ ਦੀ ਸੁਰਤ ਸੂਖਮ ਹੁੰਦੀ ਚਲੀ ਜਾਂਦੀ ਹੈ, ਵਾਹਿਗੁਰੂ ਸ਼ਬਦ ਦੇ ਹੋਰ ਗੂੜ ਅਰਥ
ਤਿਨਾਂ ਦੀ ਮੱਤ ਦੇ ਵਿੱਚ ਉਪਜਣੇ ਸ਼ੁਰੂ ਹੋ ਜਾਂਦੇ ਹਨ। ਦੋਹਰਾ ਬੀਜ ਮੰਤਰ ਬਰ ਨਾਮ ਹੈ, ਰਿੱਧਨ ਸਿੱਧਨ ਧਾਮ। ਖਾਲਸਾ ਜੀ, ਸੰਸਾਰ ਦੇ ਸਾਰੇ ਜਗਤ ਦਾ ਬੀਜ ਮੰਤਰ ਜਿਸ ਤੋਂ ਸੰਸਾਰ ਪੈਦਾ ਹੋਇਆ ਉਹ ਹੈ ਇੱਕ ਓੰਕਾਰ। ਇਹ ਬੀਜ ਹੈ, ਬੀਜ ਤੋਂ ਦਰਖਤ ਬਣਦਾ, ਇਸ ਬੀਜ ਤੋਂ ਸੰਸਾਰ ਬਣਿਆ। ਇਹ ਪਰਮੇਸ਼ਰ ਦਾ ਇਹ ਵੀ ਸ੍ਰੇਸ਼ਟ ਨਾਮ ਹੈ, ਰਿੱਧਨ ਸਿੱਧਨ ਧਾਮ। ਸਾਹਿਬ ਦੇ ਸਮਰਤ ਨਾਮ ਵਿੱਚ ਰਿੱਧੀਆਂ ਤੇ ਸਿੱਧੀਆਂ ਵਸਦੀਆਂ ਨੇ। ਰਿੱਧ ਸਿੱਧ ਸਭ ਨਾਵੈ ਕੀ ਦਾਸੀ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਇਹ ਅੰਮ੍ਰਿਤ ਨਾਮ ਦੀ ਬਰਕਤ ਹੈ। ਇਹਦੇ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਭ ਕੈ ਸਿਮਰਨ, ਰਿੱਧ ਸਿੱਧ ਨਵ ਨਿਧ, ਪ੍ਰਭ ਕੈ ਸਿਮਰਨ, ਗਿਆਨ ਧਿਆਨ ਤਤ ਬੁੱਧ। ਪ੍ਰਭੂ ਦੇ ਨਾਮ ਸਿਮਰਨ ਵਿੱਚ ਇਹ ਸਾਰੀਆਂ ਰਿੱਧੀਆਂ ਸਿੱਧੀਆਂ ਬਰਕਤਾਂ ਵਿਰਾਜਦੀਆਂ ਹਨ। ਮੋਖ ਪਰਮ ਸੁਖ ਦੇਤ ਹੈ, ਸਿਮਰੋ ਆਠੋ ਜਾਮ। ਮੁਕਤੀ ਦਾ ਪਰਮ ਸੁਖ ਇਸ ਅੰਮ੍ਰਿਤ ਨਾਮ ਚੋਂ ਪ੍ਰਾਪਤ ਹੁੰਦਾ ਹੈ। ਐ ਗੁਰੂ ਕੇ ਸਿੱਖੋ, ਅਠੇ ਪੈਰ ਸਿਮਰੋ ਸਤਨਾਮ ਸ੍ਰੀ। ਇਹਦਾ ਸਿਮਰਨ ਐਸੀ ਬਰਕਤ ਵਾਲਾ ਹੈ ਕਿ ਇਹਦੇ ਚੋਂ ਮੁਕਤੀ ਦਾ ਸੁਖ ਪ੍ਰਾਪਤ ਹੁੰਦਾ ਹੈ। ਇਸ ਕਰਕੇ ਹੈ ਗੁਰ ਸਿੱਖੋ, ਅਠੇ ਪੈਰ ਇਸ ਅੰਮ੍ਰਿਤ ਨਾਮ ਦਾ ਜਾਪ ਜਪੋ। ਦੋਹਰਾ ਨ੍ਰਿਪ ਬਬੀਕ ਕੀ ਸੈਨ ਮੈਂ, ਸੈਨਾਪਤ ਏ ਚਾਰ। ਕਹਿੰਦੇ ਬਬੇਕ ਰੂਪੀ ਰਾਜੇ ਦੀ ਸੈਨਾ ਵਿੱਚ ਵਾਹਿਗੁਰੂ ਸ਼ਬਦ ਦੇ ਜਿਹੜੇ 4 ਅੱਖਰ ਹਨ, ਇਹ ਉਹਦੇ 4 ਸੈਨਾਪਤੀ ਕਹਿ ਸਕਦੇ ਆ। ਬੜੇ ਬਲੀ ਵਾਹਿਗੁਰੂ ਸ਼ਬਦ ਦੇ 4 ਅੱਖਰ ਬਬੇਕ ਰੂਪੀ ਰਾਜੇ ਦੀ ਫੌਜ ਦੇ ਵਿੱਚ 4 ਸੈਨਾਪਤੀ ਹਨ। ਮੋਹ ਕਟਕ ਕੋ ਜੀਤ ਕੈ, ਛਿਨ ਮੈਂ ਲੇਵਤ ਮਾਰ। ਮੋਹ ਰੂਪੀ ਰਾਜੇ ਦੀ ਜਿੰਨੀ ਫੌਜ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਬਖੀਲੀ ਦਵੈਸ਼ ਨਿੰਦਾ ਚੁਗਲੀ ਦਵੈਸ਼, ਇਹ ਜਿਤਨੇ ਵੀ ਵਿਕਾਰ ਰੂਪੀ ਫੌਜ ਹੈ ਮੋਹ ਰੂਪੀ ਰਾਜੇ ਦੀ, ਕਹਿੰਦੇ ਇਹ 4 ਸੈਨਾਪਤੀ ਮੋਹ ਦੀ ਇਸ ਸਾਰੀ ਫੌਜ ਨੂੰ ਮਾਰ ਕੇ ਉਹਦੇ ਤੇ ਵਿਜੈ ਪ੍ਰਾਪਤ ਕਰ ਲੈਂਦੇ ਹਨ, ਜਿੱਤ ਪ੍ਰਾਪਤ ਕਰ। 4 ਸੈਨਾਪਤੀ, 4 ਸੈਨਾਪਤੀ ਵਾਹਿਗੁਰੂ, ਇਹ 4 ਸੈਨਾਪਤੀ ਹਨ। ਹਾਂਜੀ। ਚੌਪਈ ਪ੍ਰੇਮ ਭਗਤ ਕੇ ਭੂਖਨ ਚਾਰੂ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਇਹ 4 ਅਕਸ਼ਰ ਗਹਿਣੇ ਹਨ। ਭੂਸ਼ਣ, ਭੂਖਣ ਮਤਲਬ ਭੂਸ਼ਣ, ਗਹਿਣੇ। ਪ੍ਰੇਮਾ ਭਗਤੀ ਦੇ ਇਹ 4 ਗਹਿਣੇ ਨੇ, 4 ਅਕਸ਼ਰ। ਲਖਨ ਗਿਆਨ ਕੋ ਲੋਚਨ ਚਾਰ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਇਹ 4 ਅੱਖਰ ਉਹ ਸੁੰਦਰ ਨੇਤਰ ਨੇ ਜਿਨ੍ਹਾਂ 4 ਅੱਖਰਾਂ ਦੇ ਸੁੰਦਰ ਨੇਤਰਾਂ ਦੁਆਰਾ ਗਿਆਨ ਨੂੰ ਜਾਣਿਆ ਜਾਂਦਾ ਹੈ, ਗਿਆਨ ਨੂੰ ਵੇਖਿਆ ਜਾਂਦਾ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਉਹ ਬਿਆਨ ਅੱਖੀਆਂ ਨੇ ਜਿਨ੍ਹਾਂ ਅੱਖੀਆਂ ਨਾਲ ਉਹ ਪੇਰੀ ਮਾਲਕ ਪਰਮੇਸ਼ਰ ਦਿਸਦਾ ਹੈ। ਇਹ 4 ਅੱਖਰ ਉਹ ਸ੍ਰੇਸ਼ਟ ਅੱਖਾਂ ਨੇ ਵਾਹਿਗੁਰੂ ਵਾਹਿਗੁਰੂ ਜਪਣਾ, ਜਿਸ ਦੁਆਰਾ ਗਿਆਨ ਦੇ ਸਵਰੂਪ ਨੂੰ ਲਖਿਆ ਜਾਂਦਾ ਹੈ, ਜਾਣਿਆ ਜਾਂਦਾ ਹੈ। 4 ਪਦਾਰਥ ਕੇ ਦਾਤਾਰ। ਇਹ 4 ਪਦਾਰਥਾਂ ਦੇ ਦਾਤੇ ਨੇ 4 ਅਕਸ਼ਰ। ਧਰਮ ਅਰਥ ਕਾਮ ਮੋਕਸ਼, 4 ਪਦਾਰਥ ਇਸ ਅੰਮ੍ਰਿਤ ਨਾਮ ਦੇ ਜਾਪ ਦੁਆਰਾ ਪ੍ਰਾਪਤ ਹੋ ਜਾਂਦੇ ਹਨ। 4 ਜੋ ਯੁਗ 3 ਮੈਂ ਗਤਿਕਾਰ। 4 ਯੁੱਗਾਂ ਦੇ ਵਿੱਚ ਮੁਕਤੀ ਦੇਣ ਵਾਲੇ ਨੇ 4 ਅੱਖਰ। ਵਾਹਿਗੁਰੂ ਦਾ ਅੰਮ੍ਰਿਤ ਨਾਮ 4 ਯੁੱਗਾਂ ਦੇ ਵਿੱਚ ਹੀ ਮੁਕਤੀ ਦੇਣ ਵਾਲਾ ਹੈ।
ਭਗਤਨ ਕੰਠਾ ਭਰਨ ਸੁਚਾਰੋ। ਰੱਬ ਦੇ ਪਿਆਰਿਆਂ ਭਗਤਾਂ ਦੇ ਗਲ ਦਾ ਇਹ ਸੋਹਣਾ ਹਾਰ ਹੈ ਵਾਹਿਗੁਰੂ। ਜਦੋਂ ਕੰਠ ਨਾਲ ਜਪਦੇ ਆ ਨਾ ਵਾਹਿਗੁਰੂ ਵਾਹਿਗੁਰੂ, ਇਹ ਕੰਠ ਦਾ ਹਾਰ ਹੈ, ਗਲੇ ਦਾ ਹਾਰ ਹੈ। ਵਾਹਿਗੁਰੂ ਸ਼ਬਦ ਰੱਬ ਦੇ ਪਿਆਰਿਆਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ ਹਾਰ ਬਣਾ ਕੇ ਗਲ 'ਚ ਪਹਿਦੇ। ਹਰ ਵੇਲੇ ਆਪਣੇ ਕੰਠ 'ਚ ਹਾਰ ਰੱਬ ਦੇ ਪਿਆਰੇ ਧਾਰਨ ਕਰਕੇ ਰੱਖਦੇ ਹਨ। ਜੈ ਛਬ ਦੋਨੋਂ ਲੋਕ ਉਜਾਰੇ। ਇਸ ਵਾਹਿਗੁਰੂ ਸ਼ਬਦ ਦੇ ਹਾਰ ਨੂੰ ਕੰਠ 'ਚ ਪਹਿਨਣ ਨਾਲ ਦੋਹਾਂ ਜਹਾਨਾਂ ਵਿੱਚ ਸੋਭਾ ਹੁੰਦੀ। ਛਵੀ ਜਿਵੇਂ ਗਲ 'ਚ ਸੋਨੇ ਦਾ ਹਾਰ ਪਾਇਆ ਹੋਵੇ ਸੋਹਣਾ ਲੱਗਦਾ ਕਹਿੰਦੇ, ਪਰ ਕਹਿੰਦੇ ਉਹਨੂੰ ਤਾਂ ਡਰ ਹੈ, ਭੈ ਹੈ। ਪਰ ਵਾਹਿਗੁਰੂ ਸ਼ਬਦ ਦਾ ਹਾਰ ਜਿਨ੍ਹਾਂ ਨੇ ਗਲ 'ਚ ਪਹਿਨਿਆ ਉਹ ਇਸ ਲੋਕ ਵਿੱਚ ਵੀ ਸੋਹਣੇ ਲੱਗਦੇ ਐ ਤੇ ਪਰਲੋਕ ਜੋ ਦੋਹਾਂ ਜਹਾਨਾਂ ਵਿੱਚ ਸੋਹਣੇ ਲੱਗਦੇ ਐ। ਦੋਹਾਂ ਜਹਾਨਾਂ ਵਿੱਚ ਉਹ ਛਵੀ ਪਾਉਂਦੇ ਨੇ, ਉਹਨਾਂ ਦੇ ਚਿਹਰੇ ਉਜਵਲ ਹੁੰਦੇ ਹਨ। ਚਾਰ ਬਰਨ ਕੋ ਧਰਮ ਆਧਾਰ। ਇਹਨਾਂ ਚਾਰਾਂ ਅੱਖਰਾਂ ਦੇ ਆਸਰੇ ਧਰਮ ਟਿਕਿਆ ਹੋਇਆ। ਧਰਮ ਇਹਨਾਂ ਚਾਰਾਂ ਅੱਖਰਾਂ ਦੇ ਸਿਰ ਤੇ ਟਿਕਿਆ ਹੋਇਆ। ਏਦਾਂ ਕਹਿ ਸਕਦੇ ਕਿ ਵਾਹਿਗੁਰੂ ਦੇ ਜਿਹੜੇ ਸ਼ਬਦ ਦੇ ਚਾਰ ਅਕਸ਼ਰ ਨੇ ਇਹਦੇ ਆਸਰੇ ਧਰਮ ਟਿਕਿਆ ਹੋਇਆ। ਧਰਮ ਨੇ ਇਹਦਾ ਆਸਰਾ ਲਿਆ ਹੋਇਆ। ਚਾਰ ਬਰਨ ਔਰ ਕਬ ਨ ਬਿਸਾਰੇ। ਏ ਮਨਾ, ਇਹਨਾਂ ਚਾਰਾਂ ਅੱਖਰਾਂ ਨੂੰ ਕਦੇ ਆਪਣੇ ਹਿਰਦੇ 'ਚੋਂ ਨਾ ਵਿਸਾਰੀ। ਮੇਰਿਆ ਮਨਾ, ਇਹਨਾਂ ਚੌ ਅੱਖਰਾਂ ਨੂੰ ਕਦੇ ਆਪਣੇ ਹਿਰਦੇ 'ਚੋਂ ਨਾ ਵਿਸਾਰੀ। ਇਹਨਾਂ ਚੌ ਅੱਖਰਾਂ ਨੂੰ ਆਪਣੇ ਹਿਰਦੇ 'ਚ ਸੰਭਾਲ, ਇਹਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ। ਦੋਹਰਾ ਜੀਵ ਪ੍ਰਾਤਮ ਮੇਲ ਕੇ ਕਿਦੋਂ ਦੁਪਾਸ਼ੀ ਚਾਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਜੀ ਇਸ ਨਾਮ ਦੀ ਮਹਿਮਾ ਪ੍ਰਥਾਏ ਇੱਕ ਤੋਂ ਇੱਕ ਸ਼ਬਦ ਉਚਾਰਦੇ ਜਾ ਰਹੇ। ਦੋ ਭਾਸ਼ੀਏ ਹੁੰਦੇ ਆ ਨਾ। ਮੰਨ ਲਓ ਕੋਈ ਵਪਾਰ ਕਰਨ ਗਿਆ ਦੂਜੇ ਦੇਸ਼, ਮੈਨੂੰ ਉੱਥੋਂ ਦੀ ਬੋਲੀ ਨਹੀਂ ਆਉਂਦੀ, ਉੱਥੋਂ ਦਾ ਉਹ ਬੰਦਾ ਲੱਭਿਆ ਜਿਹੜਾ ਸਾਡੀ ਭਾਸ਼ਾ ਵੀ ਜਾਣਦਾ ਹੋਵੇ ਤੇ ਉਸ ਦੇਸ਼ ਦੀ ਭਾਸ਼ਾ ਵੀ ਜਾਣਦਾ ਹੋਵੇ। ਉਹ ਗੱਲਬਾਤ ਕਰਦਾ ਦੋਹਾਂ ਪਾਸੇ, ਦੋ ਭਾਸ਼ੀਆ, ਤੇ ਵਪਾਰ ਕਰਾ ਦਿੰਦਾ, ਖਰੀਦੋ ਫਰੋਖਤ ਕਰਾ ਦਿੰਦਾ। ਉਹਨੂੰ ਕਹਿੰਦੇ ਨੇ ਦੋ ਭਾਸ਼ੀਆ। ਕਹਿੰਦੇ ਇਸ ਤਰ੍ਹਾਂ ਕਹਿ ਸਕਦੇ ਆ ਵੀ ਜੀਵ ਔਰ ਆਤਮਾ, ਜੀਵ ਔਰ ਪ੍ਰਮਾਤਮਾ, ਇਹਨਾਂ ਦੋਨਾਂ ਨੂੰ ਮੇਲਣ ਵਾਸਤੇ ਇਹ ਜੀਵ ਆਤਮਾ ਨੂੰ ਪ੍ਰਮਾਤਮਾ ਦੀ ਭਾਸ਼ਾ ਸਮਝ ਨਹੀਂ ਆਉਂਦੀ, ਪ੍ਰਮਾਤਮਾ ਦੀ ਭਾਸ਼ਾ ਜੀਵ ਆਤਮਾ ਨੂੰ ਸਮਝ ਨਹੀਂ ਆਉਂਦੀ। ਇਹਨਾਂ ਦੋਨਾਂ ਨੂੰ ਮਿਲਾਉਣ ਵਾਸਤੇ ਵਿੱਚ ਇੱਕ ਦੋ ਭਾਸ਼ੀਆ ਹੈ ਜਿਹੜਾ ਦੋਹਾਂ ਦੀ ਬੋਲੀ ਸਮਝਦਾ, ਜੀਵ ਆਤਮਾ ਦੀ ਵੀ ਤੇ ਪ੍ਰਮਾਤਮਾ ਦੀ ਵੀ। ਉਹ ਫਿਰ ਮੇਲ ਕਰਾਉਂਦਾ। ਮਹਾਕਵੀ ਜੀ ਨੂੰ ਪੁੱਛਿਆ, ਮਹਾਰਾਜ ਉਹ ਕੌਣ ਹੈ ਜਿਹੜਾ ਦੋ ਭਾਸ਼ੀਆ ਵਿੱਚ ਜੀਵ ਆਤਮਾ ਤੇ ਪ੍ਰਮਾਤਮਾ ਦਾ ਮੇਲ ਕਰਾਉਂਦਾ ਦੋਨਾਂ ਦਾ? ਉਹ ਕੌਣ ਹੈ? ਤੇ ਭਾਈ ਸਾਹਿਬ ਕਹਿੰਦੇ ਹੈ ਕਿ ਉਹ ਹੈ ਚਾਰ ਅੱਖਰਾਂ ਦਾ ਇਹ ਗੁਰਮੰਤਰ ਵਾਹਿਗੁਰੂ। ਵਾਹਿਗੁਰੂ ਦੋ ਭਾਸ਼ੀਆ ਬਣ ਕੇ ਜੀਵ ਆਤਮਾ ਦਾ ਪ੍ਰਮਾਤਮਾ ਨਾਲ ਮਿਲਾਪ ਕਰਾ ਦਿੰਦਾ ਹੈ, ਦੋਨਾਂ ਦਾ ਮੇਲ ਕਰਾ ਦਿੰਦਾ ਹੈ। ਜੀਵ ਆਤਮਾ ਔਰ ਪ੍ਰਮਾਤਮਾ ਦੋਵੇਂ ਮਿਲ ਜਾਂਦੇ ਹਨ ਇਸ ਵਾਹਿਗੁਰੂ ਸ਼ਬਦ ਦੀ ਬਰਕਤ ਨਾਲ। ਗਾਹਕ ਜੇ ਅਪਵਰਗ ਕੇ ਭਲੇ ਦਲਾਲ ਵਿਚਾਰ। ਜਿਹੜੇ ਅਪਵਰਗ ਦੇ ਗਾਹਕ ਹੁੰਦੇ ਆ ਮੁਕਤੀ ਦੇ, ਉਹ ਇਸ ਨਾਮ ਨੂੰ ਭਲਾ ਦਲਾਲ ਜਾਣ ਕੇ ਵੀ ਵਿੱਚ ਮੇਲ ਕਰਾਉਂਦਾ ਨਾ। ਜੀਵ ਆਤਮਾ ਦਾ ਤੇ ਪ੍ਰਮਾਤਮਾ ਦਾ ਧਰਮ ਦਲਾਲ ਵਾਲੀ ਖੇਡ ਹੈ। ਉਹ ਏਦਾਂ ਮੇਲ ਕਰਾ ਦਿੰਦਾ ਤੇ ਇਹਦੇ ਨਾਲ ਮਿਲ ਕੇ ਮੁਕਤੀ ਰੂਪੀ ਸੌਦਾ ਵਿਹਾਜਦੇ ਹਨ ਗੁਰਮੁਖ ਪਿਆਰੇ। ਭਵ ਬੰਧਨ ਕੇ ਆਮ ਕੋ ਆਖੇ ਭੇਖ ਜਿਚਾਰੋ। ਕਹਿੰਦੇ ਜੀਵ ਦੇ ਸੰਸਾਰ ਦੇ ਜਿੰਨੇ ਬੰਧਨ ਨੇ, ਜਿਨ੍ਹਾਂ ਵਿੱਚ ਇਹ ਬੰਧਾਏ ਮਾਨ ਹੈ, ਇਹਨੂੰ ਸਮਝ ਲਓ ਆਮ। ਆਮ ਕਹਿੰਦੇ ਨੇ ਰੋਗ ਨੂੰ। ਸਾਨੂੰ ਜਿਹੜੇ ਬੰਧਨ ਪਏ ਹੋਏ ਨੇ, ਇਹ ਜਿੰਨੇ ਵੀ ਬੰਧਨ ਨੇ ਕਰਮਾਂ ਦੇ ਬੰਧਨ ਨੇ,
ਤਾਂ ਹੀ ਤਾਂ ਬੰਦਾ ਕਹਿੰਦੇ ਆ, ਸਾਨੂੰ ਬੰਦਾ ਕਹਿੰਦੇ ਨੇ। ਇਹ ਬੰਦਾ ਜਿਹੜਾ ਬੰਨਿਆ ਹੋਇਆ ਕਰਮਾਂ ਦਾ। ਤੂੰ ਜੀਵ ਜਿਹੜਾ ਆਪਣੇ ਕਰਮਾਂ ਦੇ ਬੰਧਨ ਵਿੱਚ ਬੰਨਿਆ ਹੋਇਆ, ਇਹ ਨੇ ਰੋਗ। ਇਹਨਾਂ ਰੋਗਾਂ ਦੀ ਦਵਾਈ ਹੈ 4 ਅੱਖਰ ਵਾਹਿਗੁਰੂ। ਭੇਖਜ ਕਹਿੰਦੇ ਨੇ ਦਵਾਈ ਨੂੰ। ਇਹ ਜਿਹੜੇ 4 ਅਕਸ਼ਰ ਨੇ ਵਾਹਿਗੁਰੂ ਸ਼ਬਦ ਦੇ, ਇਹ ਸਾਨੂੰ ਜਿਹੜੇ ਬੰਧਨ ਪਏ ਹੋਏ ਨੇ, ਉਹਨਾਂ ਬੰਧਨਾਂ ਰੂਪੀ ਬਿਮਾਰੀ ਦੀ ਔਸ਼ਧੀ ਹੈ, ਦਵਾਈ ਹੈ ਇਹ 4 ਅਕਸ਼ਰ ਵਾਹਿਗੁਰੂ। ਭ੍ਰਮ ਤਮ ਕੋ ਸਮ ਭਾਨ ਕੇ ਦੇਤ ਸਬਤ ਉਰਟਾਰ। ਭਰਮ ਰੂਪੀ ਹਨੇਰੇ ਨੂੰ ਇਹ ਅੱਖਰ ਸੂਰਜ ਵਾਂਗੂ ਹਿਰਦੇ ਚੋਂ, ਸਪਤ ਦਾ ਮਤਲਬ ਬੜੀ ਛੇਤੀ ਦੂਰ ਕਰ ਦਿੰਦੇ। ਹਨੇਰਾ ਦੂਰ ਕਰਨ ਦਾ ਹੋਰ ਕੋਈ ਸਾਧਨ ਨਹੀਂ ਹੈ, ਕੇਵਲ ਇੱਕੋ ਸਾਧਨ ਹੈ, ਪ੍ਰਕਾਸ਼। ਤੁਸੀਂ ਕਈਆਂ ਤੇ ਟੋਕਰੀਆਂ ਨਾਲ ਹਨੇਰਾ ਭਰ ਕੇ ਬਾਹਰ ਨਹੀਂ ਸੁੱਟ ਸਕਦੇ, ਬੁੱਕਾ ਭਰ ਕੇ ਹਨੇਰਾ ਬਾਹਰ ਨਹੀਂ ਸੁੱਟ ਸਕਦੇ। ਇੱਕੋ ਸਾਧਨ ਹੈ, ਉਹ ਹੈ ਪ੍ਰਕਾਸ਼। ਜਿੰਨਾ ਮਰਜ਼ੀ ਪੁਰਾਣਾ ਹਨੇਰਾ ਹੋਵੇ ਦੂਰ ਹੋ ਜਾਂਦਾ। ਇਸੇ ਤਰ੍ਹਾਂ ਸਾਡੇ ਅੰਦਰ ਜਿਹੜਾ ਅਵਿਦਿਆ ਤੇ ਅਗਿਆਨ ਦਾ ਹਨੇਰਾ ਹੈ, ਉਸ ਹਨੇਰੇ ਨੂੰ ਵਾਹਿਗੁਰੂ ਸ਼ਬਦ ਦੇ ਜਿਹੜੇ 4 ਅਕਸ਼ਰ ਨੇ ਬੜੀ ਛੇਤੀ ਦੂਰ ਕਰ ਦਿੰਦੇ ਹਨ। ਬੜੀ ਛੇਤੀ ਅੰਧਕਾਰ ਤੇ ਹਨੇਰੇ ਨੂੰ ਦੂਰ ਕਰਦੇ ਹਨ। ਚੋਪਈ ਜੇ ਭਵ ਸਾਵਜ ਕਰੇ ਆਤੰਕਾ। ਜਿਹੜੇ ਸੰਸਾਰ ਦੇ ਹਾਥੀ ਤੋਂ ਜਿਵੇਂ ਡਰ ਮੰਨੀਦਾ ਨਾ, ਹਾਥੀ ਭੈ ਭੀਤ ਕਰਦਾ ਹੈ, ਇਸੇ ਤਰ੍ਹਾਂ ਸੰਸਾਰ ਦੇ ਜਿਹੜੇ ਪਾਪ ਕਰਮ ਨੇ ਉਹ ਜੀਵ ਨੂੰ ਹਾਥੀਆਂ ਵਾਂਗੂ ਦੌਂਦੇ ਆ, ਭੰਨਦੇ ਆ, ਤੋੜਦੇ ਆ। ਨਾਮ ਕਿਹੇਰੀ ਤਕੈ ਸੋ ਅੰਕਾ। ਕਹਿੰਦੇ ਉਹ ਇਹ ਪਾਪ ਕਰਮਾਂ ਰੂਪੀ ਹਾਥੀਆਂ ਤੋਂ ਡਰ ਕੇ ਵਾਹਿਗੁਰੂ ਨਾਮ ਰੂਪੀ ਬੱਬਰ ਸ਼ੇਰ ਦੀ ਸ਼ਰਨ ਤੱਕਦੇ ਨੇ ਗੁਰਸਿੱਖ। ਕਿਉਂਕਿ ਸ਼ੇਰ ਦੀ ਪਨਾਹ ਵਿੱਚ ਗਿਆ, ਹਾਥੀਆਂ ਦਾ ਡਰ ਨਹੀਂ ਰਹਿੰਦਾ। ਪਾਪ ਕਰਮ ਰੂਪੀ ਹਾਥੀਆਂ ਤੋਂ ਭੈ ਭੀਤ ਹੋ ਕੇ ਗੁਰਸਿੱਖ ਨਾਮ ਰੂਪੀ ਬੱਬਰ ਸ਼ੇਰ ਦੀ ਸ਼ਰਨ 'ਚ ਜਾ ਪਹੁੰਚੇ ਹਨ। ਜੇ ਨਰ ਗ੍ਰਸੇ ਕਲੂਖ ਅਹੇਸ਼ਾ। ਜਿਨ੍ਹਾਂ ਸੰਸਾਰ ਦੇ ਜੀਵਾਂ ਨੂੰ ਪਾਪ ਕਰਮ ਰੂਪੀ ਕਲੁਖ ਪਾਪ ਉਹ ਸੱਪ ਵਾਂਗੂ ਵਲੇਡੇ ਪਾਈ ਬੈਠੇ ਹਨ। ਜਾਏ ਸ਼ਰਨ ਸੋ ਨਾਮ ਖਗੇਸ਼ਾ। ਉਹ ਇਹਨਾਂ ਸੱਪ ਰੂਪੀ ਬੰਧਨਾਂ ਤੋਂ ਮੁਕਤ ਹੋਣ ਲਈ ਨਾਮ ਰੂਪੀ ਖਗੇਸ਼ ਦੀ ਸ਼ਰਨ ਚਲੇ ਜਾਂਦੇ ਹਨ। ਗਰੁੜ ਸੱਪਾਂ ਦਾ ਵੈਰੀ ਹੁੰਦਾ ਨਾ, ਇਸ ਤਰ੍ਹਾਂ ਨਾਮ ਪਾਪਾਂ ਦਾ ਵੈਰੀ ਹੈ। ਨਾਮ ਦੇ ਪ੍ਰਤਾਪ ਨੂੰ ਵੇਖ ਕੇ ਸਾਰੇ ਪਾਪ ਦਗਧ ਹੋ ਕੇ ਸੜ ਕੇ ਝੜ ਜਾਂਦੇ ਹਨ। ਤੋ ਜਿਨ੍ਹਾਂ ਨੂੰ ਪਾਪ ਕਰਮਾਂ ਰੂਪੀ ਸੱਪਾਂ ਨੇ ਵੇੜਿਆ ਹੋਇਆ ਸੀ, ਉਹ ਨਾਮ ਰੂਪੀ ਖਗੇਸ਼ ਦੀ ਸ਼ਰਨ ਗਏ ਔਰ ਇਹਨਾਂ ਸਰਪਾਂ ਤੋਂ ਤਿਨਾਂ ਦਾ ਉਧਾਰ ਹੋ ਗਿਆ। ਭਵ ਸਾਗਰ ਮੇ ਖਾਤ। ਤੋਂ ਤਰਦਾ ਹੈ। ਸਿਮਰਨ ਮੈਂ ਕਿਛ ਖਰਚ ਨ ਖੇਦਾ। ਕਹਿੰਦੇ ਦੱਸੋ ਖਾਂ ਭਲੇ ਪੁਰਸ਼ੋ, ਵਾਹਿਗੁਰੂ ਵਾਹਿਗੁਰੂ ਜਪਦਿਆਂ ਕਿਹੜਾ ਤੁਹਾਡਾ ਕੁਝ ਖਰਚ ਪਿਆ ਹੁੰਦਾ ਹੈ? ਦੱਸੋ ਕੋਈ ਤਕਲੀਫ ਹੁੰਦੀ ਹੈ? ਵਾਹਿਗੁਰੂ ਕਹਿੰਦੇ ਆ ਕੋਈ ਬੜੀ ਵੱਡੀ ਮਸ਼ੱਕਤ ਤਾਂ ਨਹੀਂ ਹੈ ਵੀ ਤੁਸੀਂ ਪੁੱਠੇ ਲਟਕ ਕੇ ਵਾਹਿਗੁਰੂ ਕਹਿਣਾ ਹੈ। ਵਾਹਿਗੁਰੂ ਕਹਿੰਦੇ ਆ ਕਿਉਂ ਤੁਸੀਂ ਕਹਿੰਦੇ ਭਾਈ ਏਦਾਂ ਆਲਸ ਕਰਦੇ ਹੋ? ਵਾਹਿਗੁਰੂ ਕਹਿੰਦੇ ਆ ਕਿਹੜਾ ਕੋਈ ਖੇਦ ਹੈ, ਕਿਹੜਾ ਕੋਈ ਤੁਹਾਡਾ ਖਰਚ ਲੱਗਦਾ ਪੱਲਿਓ? ਬਸ ਰਸਨਾ ਤੋਂ ਜਪਣਾ ਹੀ ਹੈ ਨਾ। ਕੰਮਕਾਰ ਕਰਦਿਆਂ, ਸੰਗਤ ਕਰਦਿਆਂ, ਟੁਰਦਿਆਂ ਫਿਰਦਿਆਂ
ਵਾਹਿਗੁਰੂ ਵਾਹਿਗੁਰੂ। ਦੱਸੋ ਕਿਹੜਾ ਕੋਈ ਜ਼ੋਰ ਲੱਗਦਾ ਹੈ, ਕਿਹੜਾ ਕੋਈ ਤਾਣ ਲੱਗ ਰਿਹਾ, ਖੇਦ ਲੱਗ ਰਿਹਾ ਸਰੀਰ ਦਾ, ਜਾਂ ਫਿਰ ਕਿਹੜਾ ਕੋਈ ਖਰਚ ਲੱਗ ਰਿਹਾ ਹੈ ਸੁਖੇਨ ਸੁਖ ਦਾਨ ਅਛੇਦਾ। ਵਾਹਿਗੁਰੂ ਜਪਣਾ ਸੌਖਾ ਹੈ, ਜਿਸ ਦੇ ਜਪਦਿਆਂ ਤੁਹਾਨੂੰ ਸੁਖ ਦਾ ਦਾਨ ਪ੍ਰਾਪਤ ਹੋਣਾ। ਗੁਰਮੁਖਾਂ ਲਈ ਸੌਖਾ ਹੈ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰਮੁਖਾਂ ਲਈ ਸੌਖਾ ਜਪਣਾ, ਪਰ ਮਨਮੁਖਾਂ ਲਈ ਆਖਣ ਔਖਾ ਸਾਚਾ ਨਾਉ। ਉਹਨਾਂ ਲਈ ਆਖਣਾ ਔਖਾ, ਉਹਨਾਂ ਕੋਲੋਂ ਇੱਕ ਵਾਰੀ ਵੀ ਨਹੀਂ ਕਹਿ ਹੁੰਦਾ। ਗੁਰਮੁਖਾਂ ਲਈ ਸੁਖੇਨ ਹੈ, ਉਹ ਜਪਦੇ ਹੈ, ਪਰ ਮਨਮੁਖਾਂ ਲਈ ਸੌਖਾ ਨਹੀਂ, ਉਹਨਾਂ ਲਈ ਔਖਾ ਹੈ। ਦੋਹਰਾ ਸੁੰਦਰ ਸਤਿਗੁਰ ਕੀ ਕਥਾ, ਗੁਣ ਮੰਦਰ ਸੁਖ ਕੰਦ। ਇੱਥੇ ਤੱਕ ਮੰਗਲ ਚੱਲੇ ਨੇ, ਹੁਣ ਕਥਾ ਦੀ ਭੂਮਿਕਾ ਵੱਜਣ ਲੱਗੀ ਹੈ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਗੁਣਾਂ ਦਾ ਮੰਦਰ ਹੈ। ਗੁਣ ਮੰਦਰ, ਸਾਰੇ ਗੁਣ ਗੁਰੂ ਨਾਨਕ ਸਾਹਿਬ ਦੀ ਜਿਵੇਂ ਜਿਵੇਂ ਕਥਾ ਸੁਣੋਗੇ ਗੁਣ ਅੰਦਰ ਆਉਣਗੇ ਹਿਰਦੇ 'ਚ। ਸਾਰੀ ਕਥਾ ਹੀ ਗੁਣਾਂ ਵਾਲੀ ਹੈ ਸਤਿਗੁਰਾਂ ਦੀ, ਬਚਨ ਵੀ ਗੁਣਾਂ ਵਾਲੇ, ਇਤਿਹਾਸ ਵੀ ਗੁਣਾਂ ਵਾਲਾ। ਗੁਰੂ ਨਾਨਕ ਸਾਹਿਬ ਦੀ ਕਥਾ ਗੁਣਾਂ ਦਾ ਮੰਦਰ ਹੈ। ਫਿਰ ਸੁਖ ਕੰਦ, ਸੁੱਖਾਂ ਦਾ ਮੂਲ ਵੀ ਹੈ। ਗੁਰੂ ਨਾਨਕ ਸਾਹਿਬ ਦੀ ਕਥਾ ਸੁਣ ਕੇ ਮਨ ਨੂੰ ਸੁਖ ਪ੍ਰਾਪਤ ਹੁੰਦਾ ਹੈ, ਮਨ ਨੂੰ ਸਕੂਨ ਪ੍ਰਾਪਤ ਹੁੰਦਾ ਹੈ। ਵਰਨਨ ਤਿਸ ਕੋ ਅਬ ਕਰੋ, ਹੋਵੇ ਬਿਗਨ ਨਿਕੰਦ। ਕਹਿੰਦੇ ਮੈਂ ਵਰਣਨ ਕਰਦਾ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਨੂੰ, ਔਰ ਨਾਲ ਬੇਨਤੀ ਕਰਦਾ ਮਹਾਰਾਜ ਇਸ ਕਥਾ ਨੂੰ ਵਰਣਨ ਕਰਦਿਆਂ ਆਉਣ ਵਾਲੇ ਜਿਤਨੇ ਬਿਗਨ ਨੇ ਉਹਨਾਂ ਬਿਗਨਾਂ ਦਾ ਨਿਵਾਰਨ ਕਰਿਓ। ਇਸ ਕਥਾ ਨੂੰ ਵਰਣਨ ਕਰਦਿਆਂ ਜਿਹੜੇ ਬਿਗਨ ਆਉਂਦੇ ਆ, ਕਈ ਪ੍ਰਕਾਰ ਦੇ ਬਿਗਨ ਨੇ ਮਹਾਰਾਜ, ਉਹਨਾਂ ਵਿਘਨਾਂ ਦਾ ਨਿਵਾਰਨ ਕਰਿਓ। ਆਨੰਦ ਸਹਿਤ, ਖੇੜੇ ਸਹਿਤ ਆਪਣੀ ਪਵਿੱਤਰ ਅੰਮ੍ਰਿਤਮਈ ਕਥਾ ਉਹ ਸਾਡੇ ਕੋਲੋਂ ਕਥਨ ਕਰਵਾ ਲਿਓ। ਸਰੋਤਿਆਂ ਨੇ ਬੇਨਤੀ ਕਰਨੀ ਹੈ ਮਹਾਰਾਜ ਕਿਰਪਾ ਕਰਿਓ ਕਿ ਆਨੰਦ ਸਹਿਤ ਬਿਨਾਂ ਵਿਘਨ ਤੋਂ ਸਾਡੇ ਕੋਲੋਂ ਆਪਣੀ ਕਥਾ ਸਰਵਣ ਕਰਵਾ ਲਿਓ। ਹਾਂਜੀ। ਸ਼੍ਰੀ ਨਾਨਕ ਸੋ ਪ੍ਰਕਾਸ਼, ਮੈਂ ਕਹੂੰ ਕਥਾ ਏ ਆਦ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੀ ਜਿਹੜੀ ਕਥਾ ਹੈ, ਆ 19 ਨਵੰਬਰ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਆ ਰਿਹਾ ਹੈ। ਤੋ ਸਤਿਗੁਰਾਂ ਦੀ ਕਥਾ ਵੀ ਆਰੰਭ ਹੋ ਰਹੀ ਹੈ। ਤੋ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦੀ ਕਥਾ ਮੈਂ ਪਹਿਲਾਂ ਕਹਾਂਗਾ। ਅੰਗਦ ਬਾਲੇ ਕੋ ਮਿਲਨ, ਪੁਨ ਤਿਨ ਕੋ ਸੰਵਾਦ। ਕਿ ਕਿਵੇਂ ਭਾਈ ਸਾਹਿਬ ਭਾਈ ਬਾਲਾ ਜੀ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਆ ਕੇ ਮਿਲੇ ਔਰ ਉਹਨਾਂ ਦਾ ਆਪਸੀ ਸੰਵਾਦ ਹੋਇਆ। ਆਪਸੀ ਮੁਲਾਕਾਤ ਤੋਂ ਬਾਅਦ ਜਿਹੜੀਆਂ ਆਪਸੀ ਗੱਲਾਂ ਬਾਤਾਂ ਹੋਈਆਂ, ਸੰਵਾਦ ਹੋਇਆ, ਕਿਉਂਕਿ ਇਹ ਸਾਰੀ ਕਥਾ ਭਾਈ ਬਾਲਾ ਜੀ ਦੇ ਮੁਖੋਂ ਕਰਾਈ ਹੈ ਮਾਂ ਕਵੀ ਜੀ ਨੇ। ਜਨਮ ਸਾਖੀਆਂ ਵਿੱਚ ਇੱਕ ਜਨਮ ਸਾਖੀ ਹੈ ਭਾਈ ਬਾਲੇ ਵਾਲੀ ਜਨਮ ਸਾਖੀ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਹੀ ਸਾਰਾ ਅਨੁਵਾਦ ਹੈ ਇਨ ਬਿਨ। ਇਸ ਕਰਕੇ ਕਹਿੰਦੇ ਭਾਈ ਬਾਲਾ ਜੀ ਔਰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਮੇਲ ਤੋਂ ਜੋ ਉਹਨਾਂ ਦਾ ਆਪਸੀ ਸੰਵਾਦ ਹੋਇਆ, ਮੈਂ ਉਹ ਵੀ ਕਹਾਂਗਾ। ਚੌਪਈ ਪੁਨ ਸ਼੍ਰੀ ਨਾਨਕ ਜਨਮ ਸੁਹਾਵਾ। ਫਿਰ ਮੈਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਕਿਵੇਂ ਹੋਇਆ, ਕਿੱਥੇ ਹੋਇਆ, ਉਹ ਵਰਣਨ ਕਰਾਂਗਾ। ਸ਼ਿਸ਼ ਲੀਲਾ ਬੋ ਨਰਨ ਦਿਖਾਵਾ। ਸਤਿਗੁਰਾਂ ਦੀ ਬਾਲ ਲੀਲਾ ਸਰਵਣ ਕਰਾਵਾਂਗੇ ਤੁਹਾਨੂੰ ਕਿ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਾਲ ਰੂਪ ਧਾਰ ਕੇ ਕਿਵੇਂ ਲੀਲਾ ਵਿਖਾਈ ਹੈ ਸੰਸਾਰ ਦੇ ਜੀਵਾਂ ਨੂੰ।
ਕਿਵੇਂ ਮੱਝੀਆਂ ਚਾਰੀਆਂ ਨੇ, ਕਿਵੇਂ ਸੁੱਕੀਆਂ ਖੇਤੀਆਂ ਹਰੀਆਂ ਕੀਤੀਆਂ ਨੇ, ਕਿਵੇਂ ਪਾਂਧੇ ਨੂੰ ਉਪਦੇਸ਼ ਦਿੱਤਾ ਹੈ, ਕਿਵੇਂ ਮੇਰੇ ਸਾਹਿਬ ਜੀ ਨੇ ਕਾਜੀ ਨੂੰ ਉਪਦੇਸ਼ ਦੇ ਕੇ ਨਵਾਜਿਆ ਹੈ। ਉਹ ਸਾਰੀ ਕਥਾ ਮੇਰੇ ਸਾਹਿਬ ਦੀ ਬਾਲ ਲੀਲਾ ਦੀ ਕਥਾ, ਇਹਨੂੰ ਬਾਲ ਕਾਂਡ ਹੀ ਕਹਿ ਸਕਦੇ ਹਾਂ। ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਲ ਰੂਪ ਵਿੱਚ ਚੋਜ ਕੀਤੇ ਨੇ, ਉਹ ਮੈਂ ਫਿਰ ਆਪ ਜੀ ਨੂੰ ਸਰਵਣ ਕਰਾਵਾਂਗਾ। ਕਹੋ ਕਥਾ ਕੀਏ ਮੋਦੀ ਖਾਨਾ। ਬਾਲ ਲੀਲਾ ਤੋਂ ਬਾਅਦ ਮੈਂ ਕਹਾਂਗਾ ਮੋਦੀ ਖਾਨੇ ਦਾ ਪ੍ਰਸੰਗ। ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਜੋ ਮੇਰੇ ਸਾਹਿਬ ਨੇ ਮੋਦੀ ਖਾਨਾ ਚਲਾਇਆ, 13 ਤੋਲਿਆ, ਅਨੇਕਾਂ ਜੀਵਾਂ ਦੀ ਕਲਿਆਣ ਕੀਤੀ। ਭਾਈ ਭਗੀਰਥ ਵਰਗੇ, ਭਾਈ ਮਨ ਸੁਖ ਵਰਗੇ ਅਨੇਕਾਂ ਹੀ ਗੁਰਸਿੱਖਾਂ ਨੂੰ ਨਿਵਾਜਿਆ, ਉਹ ਕਥਾ ਕਹਾਂਗਾ। ਤੈਂ ਤਜ ਦੇਸ਼ ਬਿਲੋ ਕੇ ਨਾਨਾ। ਤੇ ਸੁਲਤਾਨਪੁਰ ਸਾਹਿਬ ਤੋਂ ਜਿਵੇਂ ਗੁਰੂ ਬਾਬਾ ਜੀ ਨੇ ਉਦਾਸੀ ਧਾਰਨ ਕੀਤੀ ਔਰ ਅਨੇਕਾਂ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕੀਤਾ। ਅੱਜ ਕੱਲ ਮੀਲ ਮਾਪਣ ਲੱਗ ਪਏ ਹਨ ਕਿ ਇੰਨੇ ਮੀਲਾਂ ਦਾ ਪੰਧ ਗੁਰੂ ਸਾਹਿਬ ਨੇ ਤੈਅ ਕੀਤਾ। ਇੰਨੇ ਹਜ਼ਾਰ ਜਾਂ ਇੰਨੇ ਲੱਖ ਗਿਣਤੀਆਂ ਮਿਣਤੀਆਂ ਕਰਦੇ ਆ, ਪਰ ਗੁਰਸਿੱਖ ਐਸੀ ਗਿਣਤੀ ਮਿਣਤੀ ਨਹੀਂ ਕਰਦਾ, ਨਾ ਉਹਦੇ ਤੇ ਯਕੀਨ ਕਰਦਾ। ਅੱਜ ਵੀ ਬਹੁਤ ਸਾਰੀਆਂ ਧਰਤੀਆਂ ਐਸੀਆਂ ਨੇ ਜਿੱਥੇ ਤੱਕ ਅਸੀਂ ਨਹੀਂ ਪਹੁੰਚ ਸਕੇ, ਉੱਥੇ ਗੁਰੂ ਬਾਬੇ ਨੇ ਜਾ ਕੇ ਜੀਵਾਂ ਦੀ ਕਲਿਆਣ ਕੀਤੀ ਹੈ। ਕਿੱਥੇ ਕਿੱਥੇ ਮਿਣਤੀਆਂ ਗਿਣਤੀਆਂ ਕਰੋਗੇ ਭਾਈ? ਤੁਸੀਂ ਇੱਥੋਂ ਗਿਣ ਲੋਗੇ ਨਾ ਵੀ ਸੁਲਤਾਨਪੁਰ ਸਾਹਿਬ ਤੋਂ ਜਿਉਂ ਗਏ ਪੂਰਬ ਦੀ ਉਦਾਸੀ ਨੂੰ, ਉਹ ਅਸਾਮ ਤੱਕ ਪਹੁੰਚੇ, ਉੱਥੋਂ ਬੰਗਾਲ ਨੂੰ ਗਏ, ਉਧਰੋਂ ਦੱਖਣ ਦਿਸ਼ਾ ਨੂੰ ਗਏ, ਇੱਧਰ ਮੱਕੇ ਤੱਕ, ਇਹੀ ਗਿਣੋਗੇ ਨਾ। ਉਧਰ ਰੋਮ ਦੇ ਇਲਾਕੇ 'ਚ ਗਏ ਨੇ, ਰੂਸ ਦੇ ਇਲਾਕੇ ਵਿੱਚ ਵਿਚਰੇ ਨੇ। ਜੋ ਜੋ ਤੁਹਾਡੇ ਕੋਲ ਜਿੱਥੇ ਜਿੱਥੇ ਪਹੁੰਚੇ ਹੋ, ਬਹੁਤ ਧਰਤੀਆਂ ਐਸੀਆਂ ਨੇ ਜਿੱਥੇ ਹਾਲੇ ਤੱਕ ਸਾਇੰਸ ਵੀ ਨਹੀਂ ਪਹੁੰਚੀ, ਮਨੁੱਖ ਨਹੀਂ ਪਹੁੰਚਿਆ। ਥੋੜੇ ਥੋੜੇ ਚਿੰਨ੍ਹ ਵੇਖਦੇ ਆ ਵੀ ਏਲੀਅਨ ਹੁੰਦੇ ਆ, ਦੂਜੇ ਗ੍ਰਹਿਾਂ ਦੇ ਵਿੱਚ ਹੁੰਦੇ ਆ, ਉਹਨਾਂ ਦੇ ਚਿੰਨ੍ਹ ਦਿਸਦੇ ਆ, ਉੱਥੇ ਨਹੀਂ ਪਹੁੰਚ ਸਕੇ। ਪਰ ਮੇਰੇ ਗੁਰੂ ਬਾਬਾ ਨੇ ਸੰਸਾਰ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਨਾ ਗਏ ਹੋਣ। ਲਿਖਦਾ ਹੈ, ਉਹ ਆ ਕੇ ਦਸਤਗੀਰ ਦਾ ਪੁੱਤਰ ਕਹਿੰਦਾ ਦਸਤਗੀਰ ਨੂੰ, ਕਹਿੰਦਾ ਅੱਬਾ ਕੀ ਕਹਾਂ, ਲੱਖਾਂ ਪਤਾਲ ਲੱਖਾਂ ਆਕਾਸ਼ ਵੇਖ ਕੇ ਆਇਆ, ਜਿੱਥੇ ਗਿਆ ਉੱਥੇ ਹੀ ਇਹਨਾਂ ਦੀ ਸੰਗਤ ਸੀ। ਜੈ ਕਹਿ ਸੰਗਤ ਇਨ ਕੀ ਹੇਰੀ, ਕਿਵੇਂ ਮਾਪੋਗੇ ਇੰਨੇ ਮੀਲ ਤੈਅ ਕੀਤਾ ਪੈਂਡਾ। ਉਹ ਕਿੱਥੇ ਕਾਕ ਪਸੁੰਡ ਨੂੰ ਜਾ ਕੇ ਤਾਰਦੇ ਐ, ਧਰੂ ਨੂੰ ਜਾ ਕੇ ਦਰਸ਼ਨ ਦਿੰਦੇ ਆ, ਉੱਥੇ ਤੱਕ ਕਿਵੇਂ ਤੁਹਾਡੇ ਪੈਮਾਨੇ ਕਿਲੋਮੀਟਰਾਂ ਜਾਂ ਮੀਲਾਂ ਦੇ ਪੰਧ ਨਾਪੋਗੇ, ਕਿਵੇਂ ਉੱਥੇ ਤੱਕ ਪਹੁੰਚੋਗੇ? ਭਾਈ ਅੰਤ ਪਾਉਣ ਦਾ ਯਤਨ ਨਹੀਂ ਕਰਨਾ ਚਾਹੀਏ, ਨਾ ਹੀ ਮੇਰੇ ਸਾਹਿਬ ਦਾ ਅੰਤ ਪਾਇਆ ਜਾ ਸਕਦਾ ਹੈ। ਅੰਤ ਨਾ ਪਾਵਤ ਦੇਵ ਸਭੈ ਮੁਨਿੰਦਰ ਮਹਾ ਸ਼ਿਵ ਜੋਗ ਕਰੀ, ਅੰਤ ਨਹੀਂ ਪਾਇਆ ਜਾ ਸਕਦਾ। ਤੋ ਕਿਵੇਂ ਪਾਤਸ਼ਾਹ ਨੇ ਤਿਹ ਤਜ ਦੇਸ਼ ਬਿਲੋਕੇ ਨਾਨਾ, ਸੁਲਤਾਨਪੁਰ ਸਾਹਿਬ ਤੋਂ ਚੱਲ ਕੇ ਅਨੇਕਾਂ ਦੇਸ਼ਾਂ ਦੇਸ਼ਾਂਤਰਾਂ ਦਾ ਸਤਿਗੁਰਾਂ ਨੇ ਰਟਨ ਕੀਤਾ, ਮੈਂ ਉਹ ਵੀ ਸੁਣਾਵਾਂਗਾ। ਜੈ ਤੈਂ ਸਿੱਖੀ ਰੀਤ ਚਲਾਈ। ਜਿੱਥੇ ਕਿੱਥੇ ਸਿੱਖੀ ਦੀ ਰੀਤ ਚਲਾਈ, ਜਿੱਥੇ ਗਏ ਗੁਰਸਿੱਖੀ ਦੀ ਰੀਤ ਚਲਾਈ, ਅਨੇਕਾਂ ਜੀਵਾਂ ਦੀ ਕਲਿਆਣ ਕੀਤੀ। ਕਿੱਥੇ ਕੌਡੇ ਵਰਗੇ, ਭੂਮੀਏ ਵਰਗੇ, ਨੂਰ ਸ਼ਾਹ ਜਾਦੂਗਰ ਦੀਆਂ ਕਿੰਨਿਆਂ ਕੁ ਦੀ ਗੱਲ ਕਰੀਏ, ਕਿੰਨੇ ਕੁ ਦਾਨਵ, ਕਿੰਨੇ ਕੁ ਰਾਖਸ਼, ਕਿੰਨੇ ਕੁ ਦੇਵਤੇ, ਕਿੰਨੇ ਕੁ ਨਰ, ਕਿੰਨੇ ਕੁ ਪਸ਼ੂ, ਕਿੰਨੇ ਕੁ ਪ੍ਰੇਤ, ਕਿਤਨੇ ਕੁ ਪੰਛੀ ਤੇ ਕਿਤਨੇ ਕੁ ਪੱਥਰ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਤਾਰ ਦਿੱਤੇ ਨੇ। ਕਿੱਥੋਂ ਤੱਕ ਗਿਣਤੀ ਮਿਣਤੀ ਕਰਾਂਗੇ? ਪੁਰ ਕਰ ਤਾਰ ਬਸੇ ਪੁਨਿਆਈ। ਫਿਰ ਅਖੀਰ ਨੂੰ ਗੁਰੂ ਬਾਬਾ ਜੀ ਸ੍ਰੀ ਕਰਤਾਰਪੁਰ ਸਾਹਿਬ ਆਣ ਬਿਰਾਜੇ ਤੇ ਫਿਰ ਪੈਰ ਸੰਸਾਰੀ ਕੱਪੜੇ, ਫਿਰ ਆ ਕੇ ਹਲ ਜੋੜਿਆ, ਆਪ ਹਲ ਜੋੜ ਕੇ ਕਿਰਤ ਕੀਤੀ ਔਰ ਹੌਕਾ ਦਿੱਤਾ। ਇਸੇ ਕਰਕੇ ਤਾਂ ਸਾਡੇ ਕਿਸਾਨ ਵੀਰ ਆਪਣੇ ਹੱਕ ਲੈਣ ਬੈਠੇ, ਉਹ ਕਹਿੰਦੇ ਅਸੀਂ ਇਹ ਭੂਮੀ ਕਿਵੇਂ ਛੱਡ ਦਈਏ ਜਿੱਥੇ ਗੁਰੂ ਨਾਨਕ ਸਾਹਿਬ ਨੇ ਹਲ ਵਾਹ ਕੇ ਆਪਣਾ ਪਸੀਨਾ ਇਹਦੇ ਵਿੱਚ ਸਿੰਚਿਆ। ਇਹ ਭੂਮੀ ਅਸੀਂ ਕਿਵੇਂ ਤਿਆਗ ਦਈਏ? ਖੋੜਾਂ ਚਾਹੁੰਦੇ ਹਨ, ਕਿਵੇਂ ਤਿਆਗ ਦਈਏ?
ਗੁਰੂ ਬਾਬੇ ਦੀ ਉਸ ਸੇਧ ਨੂੰ ਉਹਨਾਂ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੋਇਆ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅਖੀਰਲਾ ਸਮਾਂ ਆਪਣੇ ਜੀਵਨ ਦਾ ਇੱਕ ਦਹਾਕੇ ਦਾ ਸਮਾਂ ਤਕਰੀਬਨ, ਉਹਦੇ ਤੋਂ ਵੀ ਵੱਧ, ਉਹ ਕਰਤਾਰਪੁਰ ਸਾਹਿਬ ਆ ਕੇ ਮਹਾਰਾਜ ਜੀ ਨੇ ਨਗਰ ਵਸਾਇਆ, ਜੋ ਹੁਣ ਲਹਿੰਦੇ ਪੰਜਾਬ 'ਚ ਚਲਾ ਗਿਆ। ਪੰਜਾਬ ਦੀ ਵੰਡ ਹੋਈ, ਹਿੰਦੁਸਤਾਨ ਦੀ ਵੰਡ ਕਾਹਦੀ ਵੰਡ ਸੀ? ਪੰਜਾਬ ਵੰਡਿਆ ਗਿਆ ਜਿਸ ਵੇਲੇ, ਉਸ ਵੇਲੇ ਪੰਜਾਬ ਦੀ ਵੰਡ ਵੇਲੇ ਮਹਾਰਾਜ ਜੀ ਦਾ ਸਥਾਨ ਉਹ ਪਾਰਲੇ ਪਾਸੇ ਚਲਾ ਗਿਆ। ਲਾਂਘੇ ਬੰਦ ਕਰ ਦਿੱਤੇ ਜਾਂਦੇ, ਜੇ ਖੁੱਲ੍ਹਦੇ ਐ ਤੜਫਾਉਂਦੇ ਆ ਵੀ ਨਾ ਜਾ ਸਕਣ। ਅਰਦਾਸਾਂ ਕਰਦੇ ਆ ਗੁਰਸਿੱਖ ਮਹਾਰਾਜ, ਜਿਨ੍ਹਾਂ ਤੋਂ ਤੁਹਾਡੇ ਪੰਥ ਨੂੰ ਵਿਛੋੜਿਆ, ਦਰਸ਼ਨ ਦਿਦਾਰੇ ਬਖਸ਼ੋ। ਅਰਦਾਸਾਂ ਕਬੂਲ ਹੋਈਆਂ, ਫਿਰ ਪਾਬੰਦੀਆਂ ਲਾ ਦਿੰਦੇ ਹਨ ਅਨੇਕ ਪ੍ਰਕਾਰ ਦੀਆਂ, ਨਿੱਜੀ ਰੰਜਿਸ਼ਾਂ ਆਪਣੀਆਂ ਹਨ। ਖੈਰ, ਗੁਰੂ ਸਾਹਿਬ ਸਤਿਬੁੱਧੀ ਤੇ ਸਮੱਤ ਪ੍ਰਦਾਨ ਕਰਨ। ਸਤਿਗੁਰਾਂ ਦੇ ਅਸਥਾਨਾਂ ਦੀ ਸੇਵਾ ਸੰਭਾਲ, ਦਰਸ਼ਨ ਦਿਦਾਰੇ ਪੰਥ ਨੂੰ ਹੋਣਗੇ, ਹੁੰਦੇ ਨੇ ਤੇ ਹੁੰਦੇ ਰਹਿਣਗੇ। ਸੋ ਉਸ ਕਰਤਾਰਪੁਰ ਸਾਹਿਬ ਨਗਰ ਵਿੱਚ ਆ ਕੇ ਸਤਿਗੁਰੂ ਜੀ ਵਸੇ। ਸਿੱਖੀ ਪਰਖੀ ਸਿੱਖਣ ਕੀ ਜਬ। ਜਦੋਂ ਕਰਤਾਰਪੁਰ ਸਾਹਿਬ ਆਏ, ਇੱਥੇ ਸਿੱਖਾਂ ਦੀ ਸਿੱਖੀ ਵੀ ਪਰਖੀ ਮਹਾਰਾਜ। ਅੱਗੇ ਆ ਕੇ ਕਥਾ ਆਵੇਗੀ ਇਹ ਸਾਰੀ, ਕਿ ਕਿਵੇਂ ਸਿੱਖਾਂ ਦੀ ਸਿੱਖੀ ਨੂੰ ਪਰਖਿਆ। ਸ਼੍ਰੀ ਅੰਗਦ ਕੋ ਤਖਤ ਦਿਓ ਤਬ। ਔਰ ਪਰਖ ਕਰਕੇ ਕਿਵੇਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਤਖਤ ਦਿੱਤਾ। ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਿਆਈ ਦਿੱਤੀ। ਅਸ ਗੁਰ ਕੀਰਤ ਕਰਹੁ ਗ੍ਰੰਥੋ। ਕਹਿੰਦੇ ਐਸੇ ਗੁਰੂ ਦੀ ਕੀਰਤੀ ਦਾ ਗ੍ਰੰਥ ਹੁਣ ਮੈਂ ਅੱਗੇ ਕਰਾਂਗਾ, ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਲਿਖਾਂਗਾ। ਸੁਨ ਸੁਖ ਪਾਵੇਂ ਗੁਰ ਕੋ ਪੰਥੋ। ਸਤਿਗੁਰਾਂ ਦਾ ਜਿਹੜਾ ਪੰਥ ਹੈ, ਇਸ ਕਥਾ ਨੂੰ ਸੁਣ ਕੇ ਸੁਖ ਪਾਵੇਗਾ, ਸੁਖ ਦੀ ਪ੍ਰਾਪਤੀ ਕਰੇਗਾ। ਇਸ ਕਥਾ ਨੂੰ ਸਰਵਣ ਕਰਕੇ ਗੁਰੂ ਕਾ ਪੰਥ। ਗੁਰ ਕੀਰਤ ਸਰਤਾ ਜਿਵ ਭਰਨੀ। ਗੁਰੂ ਸਾਹਿਬ ਦੀ ਕੀਰਤੀ ਇਹੋ ਜੀ ਨਦੀ ਹੈ, ਉਹ ਵੀ ਬੜੀ ਸ੍ਰੇਸ਼ਟ ਉਜਵਲ ਜਲ ਵਾਲੀ ਨਦੀ। ਸਤਿਗੁਰਾਂ ਦੀ ਕੀਰਤੀ ਦੀ ਇਹ ਨਹਿਰ ਹੈ, ਨਦੀ ਹੈ। ਮੰਗਲ ਕਰਨ ਅਮੰਗਲ ਹਰਨੀ। ਇਹ ਮੰਗਲ ਪੈਦਾ ਕਰਨ ਵਾਲੀ ਹੈ ਔਰ ਅਮੰਗਲਾਂ ਨੂੰ, ਅਮੰਗਲਾਂ ਦਾ ਨਾਸ਼ ਕਰਨ ਵਾਲੀ ਹੈ। ਭਾਵ ਦੁੱਖਾਂ ਦਾ, ਵਿਘਨਾਂ ਦਾ, ਪਾਪਾਂ ਦਾ ਨਾਸ਼ ਕਰਨ ਵਾਲੀ ਹੈ। ਦੋਹਰਾ ਭਵ ਬੰਧਨ ਬ੍ਰਿਖ ਕੇ ਸਹਿਤ। ਪਰਮ ਬਿਮੁਖਤਾ ਕੂਲ। ਕਹਿੰਦੇ ਗੁਰੂ ਸਾਹਿਬ ਜੀ ਦੀ ਜਿਹੜੀ ਇਹ ਕੀਰਤੀ ਰੂਪੀ ਨਦੀ ਮੈਂ ਵਰਣਨ ਕੀਤੀ ਹੈ, ਭਰਮ ਤੇ ਬੇਮੁਖਤਾਈ, ਇਹ ਦੋ ਕਿਨਾਰੇ ਨੇ ਜਿਹੜੇ ਕਦੇ ਮਿਲ ਨਹੀਂ ਸਕਦੇ ਇਸ ਨਹਿਰ ਵਿੱਚ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਨਹਿਰ ਦੇ ਦੋ ਕਿਨਾਰੇ ਹੁੰਦੇ ਆ, ਕਦੇ ਮਿਲਦੇ ਤਾਂ ਨਹੀਂ, ਪਾਣੀ ਦੇ ਵਿੱਚ ਤਾਂ ਨਹੀਂ ਆ ਕੇ ਮਿਲ ਜਾਂਦੇ, ਉਹ ਵੱਖੋ ਵੱਖਰੇ ਹੀ ਰਹਿੰਦੇ ਆ। ਕਹਿੰਦੇ ਭਰਮ ਤੇ ਬੇਮੁਖਤਾਈ ਦੇ ਜਿਹੜੇ ਉਹ ਦੋ ਕਿਨਾਰੇ ਨੇ ਨਾ, ਗੁਰੂ ਸਾਹਿਬ ਦੀ ਇਸ ਕੀਰਤੀ ਰੂਪੀ ਨਹਿਰ ਦੇ ਵਿੱਚ ਉਹ ਕਦੇ ਮਿਲ ਨਹੀਂ ਸਕਦੇ। ਜਿਹੜੇ ਇਸ ਕਥਾ ਨੂੰ ਸੁਣਦੇ ਨੇ, ਨਾ ਉਹਨਾਂ ਅੰਦਰ ਬੇਮੁਖਤਾਈ ਰਹਿੰਦੀ ਹੈ, ਨਾ ਉਹਨਾਂ ਅੰਦਰ ਭਰਮ ਰਹਿੰਦਾ ਹੈ। ਕਹਿਨ ਸੁਨਨ ਪਰਵਾਹ ਤੇ ਢਾਏ ਉਖਾਰੇ ਮੂਲ। ਕਹਿੰਦੇ ਇਸ ਕਥਾ ਨੂੰ ਕਹਿਣ ਤੇ ਸੁਣਨ ਦੇ ਪ੍ਰਵਾਹ ਨਾਲ, ਕਹਿੰਦੇ ਉਹ ਬੇਮੁਖਤਾ ਤੇ ਭਰਮ ਰੂਪੀ ਕਿਨਾਰਿਆਂ ਨੂੰ ਤੋੜ ਕੇ ਵਹਾ ਕੇ ਰੱਖ ਦਿੰਦੀ ਹੈ ਕਥਾ। ਚੌਪਈ ਗੁਰ ਸਿੱਖਨ ਮੱਜਨ ਹੈ ਜੋਗੂ। ਗੁਰ ਸਿੱਖਾਂ ਦੇ ਇਸ਼ਨਾਨ ਕਰਨ ਯੋਗ ਹੈ ਇਹ ਨਦੀ, ਗੁਰੂ ਕੀ ਕੀਰਤੀ ਦੀ ਨਦੀ। ਗੁਰ ਸਿੱਖੀ ਸੁਖ ਆਨੰਦ ਭੋਗੂ। ਗੁਰੂ ਕੀ ਸਿੱਖੀ ਦੇ ਆਨੰਦ ਦੇ ਭੋਗ ਵਾਸਤੇ ਇਹ ਕਥਾ। ਨਿੰਦਕ ਜੋਨ ਅਸੂਇਆ ਸੈਤੂ। ਜਿਹੜੇ ਨਿੰਦਕ ਨੇ, ਈਰਖਾਲੂ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਕਥਾ ਚੰਗੀ ਨਹੀਂ ਲੱਗਦੀ, ਤਿਨ ਕੇ ਯੋਗ ਨਾ ਇਹ ਦੁਖ ਦੈਤੂ। ਉਹਨਾਂ ਦੇ ਯੋਗ ਨਹੀਂ ਹੈ, ਉਹਨਾਂ ਲਈ ਦੁਖਦਾਈ ਹੈ। ਉਹ ਕਹਿੰਦੇ ਸਾਡੀਆਂ ਜਬਲੀਆਂ ਸੁਣਨ ਲੋਕ, ਮਹਾਂਕਵੀ ਭਾਈ ਸੰਤੋਖ ਸਿੰਘ ਦੀ ਕਥਾ ਕਿਉਂ ਸੁਣਨ? ਉਹ ਇਦਾਂ ਕਹਿੰਦੇ ਆ, ਉਹਨਾਂ ਨੂੰ ਗੁਰੂ ਸਾਹਿਬ ਦੀ ਕਥਾ ਨਹੀਂ ਚੰਗੀ ਲੱਗਦੀ, ਉਹਨਾਂ ਨੂੰ ਇਹ ਦੁੱਖ ਦਿੰਦੀ ਹੈ। ਸ਼ਰੁਤ ਦਰ ਸੋ ਚੱਲ ਕੈ ਸੋ ਪਰਵਾਹੂ। ਕਹਿੰਦੇ ਭਾਈ ਸੰਤਾਂ ਰੂਪੀ
ਦੁਆਰ ਦੇ ਵਿੱਚੋਂ ਦੀ ਲੰਘ ਕੇ ਕੀਰਤੀ ਰੂਪੀ ਪ੍ਰਵਾਹ ਹਿਰਦੇ ਰੂਪੀ ਸਮੁੰਦਰ ਦੇ ਵਿੱਚ ਜਾਂਦੀ ਹੈ। ਔਰ ਸਾਗਰ ਮੈਂ ਸਥਿਤ ਆਹੋ, ਇਹ ਹਿਰਦੇ ਰੂਪੀ ਸਮੁੰਦਰ ਵਿੱਚ ਜਾ ਕੇ ਸਥਿਤ ਹੋ ਜਾਂਦੀ। ਜਦੋਂ ਕੰਨਾਂ ਨਾਲੇ ਕੀਰਤੀ ਰੂਪੀ ਨਹਿਰ ਦਾ ਪ੍ਰਵਾਹ ਅੰਦਰ ਜਾਏਗਾ ਤੇ ਹਿਰਦੇ ਰੂਪੀ ਸਾਗਰ ਵਿੱਚ ਜਾ ਕੇ ਨਦੀ ਮਿਲ ਜਾਏਗੀ। ਤਬ ਮਤ ਸੁਕਤਾ ਤੈ ਪਰ ਤਰਹੀ, ਕਹਿੰਦੇ ਫਿਰ ਉਹਦੇ ਤੇ ਸ੍ਰੇਸ਼ਟ ਮਤ ਰੂਪੀ ਮੋਤੀ ਤੇ ਮੁਕਤਾ ਤਰਨਗੇ। ਪ੍ਰੇਮ ਬੂੰਦ ਕੀ ਲਾਲਸ ਕਰਹੀ, ਫਿਰ ਬੁੱਧੀ ਪ੍ਰੇਮ ਰੂਪੀ ਸਵੰਤੀ ਬੂੰਦ ਦੀ ਲਟਕ ਦੇ ਵਿੱਚ ਲੱਗੇਗੀ। ਦੋਹਰਾ ਸਵਾਂਤ ਬੂੰਦ ਜਬ ਪ੍ਰੇਮ ਕੀ, ਪਰਸੀ ਤਹਿ ਕੋ ਆਏ। ਇਹ ਸਵੰਤੀ ਬੂੰਦ ਜਦੋਂ ਪ੍ਰੇਮ ਦੀ ਉਸ ਸੁੱਪੀ ਨੂੰ ਆ ਕੇ ਪਰਸਦੀ ਹੈ, ਹੋਏ ਅਡੋਲ ਤਬ ਬੈਸਈ, ਨੇ ਇਤ ਉਤ ਕੋ ਤਾਏ। ਕਹਿੰਦੇ ਫਿਰ ਉਹ ਸਿੱਪੀ ਰੂਪੀ ਮਨ ਰੂਪੀ ਜਾਂ ਬੁੱਧੀ ਰੂਪੀ ਜਿਹੜੀ ਸਿੱਪੀ ਆ ਅਡੋਲ ਹੋ ਕੇ ਆਪਣੇ ਨਿਜ ਸਰੂਪ 'ਚ ਬੈਠ ਜਾਂਦੀ ਹੈ। ਫਿਰ ਉਹ ਇੱਧਰ ਉੱਧਰ ਨਹੀਂ ਭਜਦੀ। ਜੋ ਪਈ ਸਾਕਤ ਖਰਨੇ ਮੱਜਨ ਕਰਈ, ਜਿਹੜੇ ਸਾਕਤਾਂ ਰੂਪੀ ਗਧੇ ਨੇ ਉਹ ਨਹੀਂ ਇਸ਼ਨਾਨ ਕਰਦੇ ਇਸ ਕੀਰਤੀ ਰੂਪੀ ਨਦੀ ਨੂੰ, ਉਹਨਾਂ ਨੂੰ ਚੰਗੀ ਨਹੀਂ ਲੱਗਦੀ ਗੁਰੂ ਸਾਹਿਬ ਦੀ ਕਥਾ। ਸਾਕਤਾਂ ਰੂਪੀ ਗਧਿਆਂ ਨੂੰ, ਖਰ ਨਾਮ ਹੈ ਗਧਿਆਂ ਦਾ, ਉਹ ਨਹੀਂ ਇਸ਼ਨਾਨ ਕਰਦੇ। ਵਿਸ਼ੇ ਠੋਰ ਦੁਰਗੰਧੇ ਫਿਰਈ, ਉਹਨਾਂ ਨੂੰ ਤਾਂ ਗੰਦਗੀ ਦੇ ਢੇਰ ਤੇ ਰੂੜੀਆਂ ਚੰਗੀਆਂ ਲੱਗਦੀਆਂ, ਉੱਥੇ ਹੀ ਖੇ ਖਾਂਦੇ ਫਿਰਦੇ ਐ। ਜਿਉਂ ਕਿਉਂ ਇਹ ਬਨ ਜਾਏ ਸੰਜੋਗ, ਜੇ ਕਿਤੇ ਜਿਵੇਂ ਕਿਵੇਂ ਉਹਨਾਂ ਦਾ ਮਾੜਾ ਮੋਟਾ ਸੰਜੋਗ ਬਣ ਵੀ ਜਾਏ, ਪਹਿਲੀ ਗੱਲ ਤਾਂ ਆਉਂਦੇ ਨਹੀਂ, ਉਹ ਕਥਾ ਸੁਣਦੇ ਨਹੀਂ। ਜੇ ਕਿਤੇ ਦੇਵ ਨੇਤ ਕੋਈ ਬਾਹ ਫੜ ਕੇ ਧੱਕੇ ਧੁੱਕੇ ਨਾਲ ਲੈ ਆਵੇ, ਹੋਤ ਗੋੜਾ ਕਾ ਤਿੰਨ ਤਨ ਰੋਗ, ਕਹਿੰਦੇ ਉੱਥੇ ਬੈਠੇ ਹੀ ਸੁੱਤੇ ਰਹਿਣਗੇ, ਨੀਂਦ ਵਸ ਹੋ ਜਾਣਗੇ, ਉਹਨਾਂ ਨੂੰ ਚੰਗੀ ਨਹੀਂ ਲੱਗਦੀ ਕਥਾ। ਗੁੜਾਕਾ ਦਾ ਨੀਂਦ ਦਾ ਰੋਗ ਉਹਨਾਂ ਨੂੰ ਲੱਗਾ ਰਹੇਗਾ। ਸੋਰਠਾ ਸਰਤਾ ਤਟ ਸਤ ਸੰਗ ਪਾਏ, ਨਾ ਸ਼ਰਵਨ ਸ਼ਨਾਨ ਪਾਏ। ਕਹਿੰਦੇ ਉਹ ਸਾਧ ਸੰਗਤ ਰੂਪੀ ਸਰੋਵਰ ਵਿੱਚ ਆਏ ਵੀ, ਕਿਨਾਰੇ ਤੇ ਪਹੁੰਚੇ ਵੀ ਤੇ ਆ ਕੇ ਇਸ਼ਨਾਨ ਨਹੀਂ ਕਰ ਸਕੇ, ਜਿਨ੍ਹਾਂ ਸਾਕਤਾਂ ਨੂੰ ਗੁਰੂ ਕੀ ਕਥਾ ਨਹੀਂ ਭਾਉਂਦੀ। ਗੁਰ ਜਸ ਗੂੜਿਓ ਰੰਗ ਰੰਗਿਓ, ਨਾ ਮਨ ਦੈ ਦਿਸ ਫੇਰਿਓ। ਕਹਿੰਦੇ ਜਿਸ ਦਾ ਮਨ ਪ੍ਰੇਮ ਰੂਪੀ ਗੂੜੇ ਰੰਗ ਨਾਲ ਰੰਗਿਆ ਗਿਆ ਹੈ, ਉਹਨਾਂ ਦਾ ਮਨ ਫਿਰ ਦਸਾਂ ਦਿਸ਼ਾਵਾਂ ਵਿੱਚ ਨਹੀਂ ਭਟਕਦਾ, ਨਹੀਂ ਫਿਰਦਾ, ਔਰ ਉਹਨਾਂ ਦਾ ਮਨ ਸਤਿਗੁਰਾਂ ਦੇ ਪ੍ਰੇਮ ਰੰਗ ਵਿੱਚ ਰੰਗਿਆ ਗੁਰੂ ਚਰਨਾਂ 'ਚ ਜੁੜ ਜਾਂਦਾ ਹੈ। ਇਹ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਮੰਗਲਾ ਚਰਨ ਨਾਮ ਮਹਿਮਾ ਵਰਨੰ ਨਾਮ ਪ੍ਰਥਮੋ ਧਿਆਏ ਸਮਾਪਤ। ਪਹਿਲਾ ਅਧਿਆਏ ਜੋ ਮੰਗਲਾਂ ਦਾ ਅਧਿਆਏ ਸੀ ਉਹ ਸਮਾਪਤ ਹੋਇਆ। ਅੱਗੇ ਮਹਾਰਾਜ ਦਾ ਦੂਜਾ ਅਧਿਆਏ ਇਸ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਪੂਰਬਾਰਧ ਹਿੱਸੇ ਦਾ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਪਾਵਨ ਕਥਾ ਅੱਗੇ ਪ੍ਰਾਰੰਭ ਹੋ ਰਹੀ ਹੈ। ਕਿਵੇਂ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਦੀ ਸ਼ਰਨ ਆਏ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਇੱਕ ਵਾਰ ਫੇਰ ਸਾਰੀਆਂ ਸੰਗਤਾਂ ਨੂੰ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ। ਸਾਧ ਸੰਗਤ ਜੀ, ਬੇਨਤੀ ਹੈ 11 ਨਵੰਬਰ ਨੂੰ ਸਮਾਣਾ ਫਤਿਹ ਦਿਵਸ ਪੰਥ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ। ਸਮਾਣੇ ਗੁਰਦੁਆਰਾ ਥੜਾ ਸਾਹਿਬ ਉਹਨਾਂ ਲੜੀਆਂ ਦੇ ਤਹਿਤ ਸਮਾਗਮ ਚੱਲ ਰਹੇ ਨੇ। ਕੱਲ ਸ਼ਾਮ ਨੂੰ 6 ਤੋਂ 8 ਵਜੇ ਤੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਸੰਬੰਧੀ ਇੱਕ ਨਾਟਕ ਗੁਰਦੁਆਰਾ ਥੜਾ ਸਾਹਿਬ ਸਮਾਣੇ ਵਿਖਾਇਆ ਜਾ ਰਿਹਾ ਹੈ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਹਾਜ਼ਰੀਆਂ ਭਰੋ, ਨੌਵੇਂ ਪਾਤਸ਼ਾਹ ਦੇ ਅਸਥਾਨਾਂ ਦੀ ਯਾਤਰਾ ਕਰੋ, ਨਾਟਕ ਵੇਖ ਕੇ ਇਤਿਹਾਸ ਤੋਂ ਆਪਣੇ ਵਿਰਸੇ ਤੋਂ ਜਾਣੂ ਹੋਵੋ। ਜਿਹੜੀਆਂ ਸੰਗਤਾਂ ਪਟਿਆਲੇ ਸ਼ਹਿਰ ਤੋਂ ਆਪਣੇ ਵਾਹਨਾਂ ਨਾਲ ਜਾਣਾ ਚਾਹੁੰਦੀਆਂ ਵਾਹਨਾਂ ਦੁਆਰਾ ਜਾ ਸਕਦੀਆਂ। ਜਿਨ੍ਹਾਂ ਨੂੰ ਜਾਣ ਦੀ ਇੱਛਾ ਹੈ, ਇੱਥੋਂ ਕੱਲ 5:30 ਵਜੇ ਇਸੇ ਟਾਈਮ ਕਥਾ ਦੀ ਸਮਾਪਤੀ ਤੋਂ ਬਾਅਦ ਬੱਸਾਂ ਚੱਲਣਗੀਆਂ। ਜਿਨ੍ਹਾਂ ਨੇ ਜਾਣਾ ਹੈ ਭਾਈ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਹੈੱਡ ਗ੍ਰੰਥੀ ਦਫ਼ਤਰ ਦੇ ਵਿੱਚ
ਆਪਣੇ ਨਾਮ ਕਿਰਪਾ ਕਰਕੇ ਜ਼ਰੂਰ ਲਿਖਾ ਦਿਓ, ਤਾਂ ਜੋ ਸੰਗਤ ਦੇ ਜਾਣ ਵਾਸਤੇ ਯੋਗ ਪ੍ਰਬੰਧ ਜਿਹੜਾ ਹੈ ਬੱਸਾਂ ਦਾ ਉਹ ਕੀਤਾ ਜਾ ਸਕੇ। ਬੇਨਤੀ ਆਪ ਜੀ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸੀ ਹੇ ਪੁਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸੇ ਹੇ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਕ ਹੇ ਅਪਰੰਪਰ ਹਰ ਹਰੇ ਐ ਪੀਓ ਵਣਹਾਰੇ ਹੇ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮਦਾਨ ਰਾਖੋਈ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲੇ ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਆਲੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰੇ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
श्री वाहेगुरु वाहे